वाहेगुरु जी का खालसा वाहेगुरु जी की फतेह। दसा पातशाहियां दी आत्मक जोत धन धन श्री गुरु ग्रंथ साहिब जियां दी पावन हजूरी विच सवाईमान हो के संध्या दे दीवाना दा आप जी आनंद माण रहे हो। शुभ कर्मां दे नाल ये घड़ियां प्राप्त होईयां ने। आओ इन्हां नूं सफलियां बनाइए। सतगुरां दी पावन जीवन कथा दे विचों आप जी ने सरवण कीता। राजे सुदरसैन नूं उपदेश देण तो बाद गुरु नानक पातशाह जी एक टापू ते आके बैठे ने। दूर दूर तक जंगल बड़े संघने हन, मनुखां दी आबादी किते नजर नहीं आउंदी। नगर तो बार बार सतगुरां ने ठिकाना कीता। 3 दिन बैठे रहे। भाई मरदाना जी भुख दे नाल बेबल हो गए। आखण लगे पातशाह हुण ते दिन भी 3 हो गए, मैनू आग्या बख्शो, मैं नगर विचों कुछ खा पी आवां। पातशाह कहंदे नहीं जाना। दबे घुटे जे भाई मरदाना बैठे आ। अचनचेत हिरना दियां डारां निकलियां, पिछे पिछे जंगली सूर, उन्हां पिछे शिकारी कुत्ते। शिकारी कुत्तियां तो बाद शिकारी लोग जाल लैके दौड़े फिरदे आ। इन्ने नूं एक राजे दी सवारी आई है। जदों राजे ने इन्हां साधुआं नूं वेखिया, घोड़े तो उतर के पुछदा तुसीं कौन हो? भाई मरदाना जी गुस्से विच सी। सतगुरां जाण दी आग्या नहीं दित्ती। कहंदा दिखदा नहीं तैनूं, बंदा ही आ। ਉਹ ਦੂਜੀ ਵਾਰ ਠਰਮੇ ਦੇ ਨਾਲ ਰਾਜਾ ਪੁੱਛਦਾ ਜਿਹਦਾ ਨਾਮ ਹੈ ਮਧੁਰਬੈਨ। ਕਹਿੰਦਾ ਲੱਗਦੇ ਤੇ ਸੰਤ ਹੋ ਪਰ ਕ੍ਰੋਧੀ ਬੜੇ ਹੋ, ਕਿੱਥੋਂ ਆਏ ਹੋ? ਭਾਈ ਮਰਦਾਨਾ ਕਹਿੰਦਾ ਚੱਲਦਾ ਬਣ, ਤੂੰ ਸਾਥੋਂ ਕੀ ਲੈਣਾ? ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਵੀ ਮੈਂ ਬੜੇ ਮਿੱਠੇ ਬੋਲ ਬੋਲਦਾ, ਇਹ ਤੇ ਬਾਬਾ ਤਪਿਆ ਹੀ ਫਿਰਦਾ ਹੈ। गुरु नानक साहब महाराज ने भाई बाला जी को इशारा किया, तू जवाब दे। ये भुख वाला गुस्सा राजे मधुरबैन ते लाउण लगा हुआ। इन्हां सारे प्रसंगां नूं आप जी ने बड़े विस्तार सहित सरवण कीता है। आओ कुछ समा मन चित बिरतियां नूं एकाग्र चित बनाइए। पाओ सांझ प्रेम दी एकाग्रता बनाओ। गज बज के आखो जी सतनाम श्री गुरु साहिब जी। सतनाम श्री गुरु साहिब जी। दोहरा याको मर्दाना है, मधुर देशी हम ताम। सेवत श्री गुरु पद पदम, मुक्त होने के काम। भाई बाला जी सतगुरां दी ए पावन कथा बड़ी प्रेमा भगती विच भिज के सुणाउंदे आ ते सुणन वाले श्रोते मंत्र मुग्ध हो जांदे।
ਗੁਰੂ ਅੰਗਦ ਦੇ ਪਾਤਸ਼ਾਹ ਜੀ ਭਰੇ ਦਰਬਾਰ ਵਿੱਚ ਸਮਾਧੀ ਸਥਿਤ ਹੋ ਕੇ ਸਰਵਣ ਕਰਦੇ। ਕਹਿੰਦੇ ਮਹਾਰਾਜ, ਜਦੋਂ ਭਾਈ ਮਰਦਾਨਾ ਜੀ ਨੂੰ ਰਾਜੇ ਮਦਰ ਬੈਨ ਨੇ 3 ਵਾਰ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਕਹਿੰਦਾ ਤੇਰੀਆਂ ਅੱਖਾਂ ਨਹੀਂ ਕੰਮ ਕਰਦੀਆਂ, ਤੈਨੂੰ ਦਿਸਦਾ ਨਹੀਂ ਅਸੀਂ ਮਨੁੱਖ ਹਾਂ, ਤੂੰ ਨਾਲੇ ਸਾਡੇ ਤੋਂ ਪੁੱਛ ਕੇ ਕੀ ਲੈਣਾ ਹੈ? ਐਡੀ ਬੇਪਰਵਾਹੀ। ਰਾਜੇ ਦੀ ਪਰਵਾਹ ਨਾ ਕੀ। ਆਖਰਕਾਰ ਮੈਂ ਉਸ ਵੇਲੇ ਉਸ ਰਾਜੇ ਨੂੰ ਆਖਿਆ, ਰਾਜਨ, ਜਿਨ੍ਹਾਂ ਨੂੰ ਤੁਸੀਂ ਸਵਾਲ ਪੁੱਛ ਰਹੇ ਹੋ ਇਹਨਾਂ ਦਾ ਨਾਂ ਹੈ ਭਾਈ ਮਰਦਾਨਾ। ਅਸੀਂ ਚੱਲ ਕੇ ਆਏ ਆ ਮਦਰ ਦੇਸ਼ ਤੋਂ। ਹੁਣ ਮਦਰ ਦੇਸ਼ ਕਿਹਨੂੰ ਕਹਿੰਦੇ ਆ? ਆ ਪੰਜਾਬ ਦੀ ਧਰਤੀ, ਜਿਹਦੇ ਉੱਤੇ ਪਹਿਲਾਂ ਕਦੇ 7 ਦਰਿਆ ਚੱਲਦੇ ਸੀ, 7 ਤੋਂ 5 ਰਹਿ ਗਏ, ਪੰਜਾਬ ਹੋ ਗਿਆ। ਅੱਜ 5 ਤੋਂ 2.5 ਚੱਲਦੇ ਨੇ। ਪਰ ਉਹ ਤੋਂ ਪਹਿਲਾਂ ਸਤਿਯੁਗ ਵੇਲੇ ਇਹਨੂੰ ਪੰਜਾਬ ਨਹੀਂ ਸੀ ਕਹਿੰਦੇ, ਇਹਨੂੰ ਕਹਿੰਦੇ ਸੀ ਮਦਰ ਦੇਸ਼। ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਲਿਖੇ ਨੇ, ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਗਾਇਨ ਦੁਲਰਾਏ। ਇਹ ਮਿੱਟੀ ਦਾ ਦੇਸ਼। ਮਿੱਟੀ ਦਾ ਦੇਸ਼ ਕਿਉਂ ਹੈ? ਮਿੱਟੀ ਤੇ ਹਰ ਕੰਟਰੀ 'ਚ ਹੈ। ਭਾਵ ਪੰਜਾਬ ਦੀ ਧਰਤੀ ਉਹ ਹੈ ਜਿਹਦੇ ਤੇ ਪਹਾੜ ਕੋਈ ਨਹੀਂ, ਬਿਲਕੁਲ ਮੈਦਾਨੀ ਇਲਾਕਾ ਹੈ। ਭਾਵੇਂ ਉਹ ਲਹਿੰਦਾ ਪੰਜਾਬ ਹੈ, ਚੜ੍ਹਦਾ ਪੰਜਾਬ ਹੈ, ਬੇਸ਼ੱਕ ਅੱਜ ਹਿਮਾਚਲ ਦਾ ਇਲਾਕਾ ਵੱਖਰਾ ਹੈ, ਪਰ ਇਹ ਪੰਜਾਬ ਦੇ ਵਿੱਚ ਕਦੇ ਸਾਰਾ ਕੁਝ ਹੀ ਆਉਂਦਾ ਸੀ। ਰਾਜਸਥਾਨ, ਹਿਮਾਚਲ, ਹਰਿਆਣਾ, ਯੂਪੀ, ਇਧਰ ਜੰਮੂ ਤੇ ਕਸ਼ਮੀਰ, ਇਹ ਸਾਰਾ ਇਲਾਕਾ ਪੰਜਾਬ ਦਾ ਸੀ ਤੇ ਉਧਰ ਲਹਿੰਦਾ ਪੰਜਾਬ। ਆਖਣ ਲੱਗੇ ਅਸੀਂ ਪੰਜਾਬ ਦੇਸ਼ ਤੋਂ ਆਏ ਆ, ਇਹ ਦੇਸ਼ ਬਹੁਤ ਵੱਡਾ ਹੈ। ਰਾਜਾ ਕਹਿੰਦਾ ਤੁਹਾਡਾ ਨਾਂ, ਤੁਹਾਡੀ ਤਾਰੀਫ। ਕਹਿੰਦੇ ਜੀ ਮੇਰਾ ਨਾਮ ਹੈ ਭਾਈ ਬਾਲਾ। ਹੁਣ ਰਾਜਾ ਬੜੇ ਪਿਆਰ ਨਾਲ ਪੁੱਛਦਾ, ਕਿਉਂਕਿ ਜਵਾਬ ਅੱਗੋਂ ਪਿਆਰ ਨਾਲ ਮਿਲਦਾ ਹੈ, ਤੇ ਜਿਹਨੂੰ ਬੁਲਾਇਆ ਸੀ ਉਹ ਤੇ ਖਿਜਿਆ ਬੈਠਾ ਹੈ। ਉਹਨੇ ਇਹਨਾਂ ਗੱਲਾਂ 'ਚ ਦਿਲਚਸਪੀ ਵੀ ਕੋਈ ਨਾ ਰੱਖੀ। ਸੁਣ ਕੇ ਅਣਸੁਣਿਆ ਕੀਤਾ ਏ ਜੋ ਪਈ, ਹਰਖਿਓ ਮਦਰ ਬੈਨ ਸੁਣ ਬੈਨਾ, ਨਿਸ਼ਚੇ ਲਖਿਓ ਹਿਰਦੇ ਕਤ ਦੇਨਾ। ਤੇ ਫਿਰ ਭਾਈ ਬਾਲਾ ਕਹਿੰਦੇ ਇਹ ਹਨ ਨਾਨਕ ਨਿਰੰਕਾਰੀ ਗੁਰੂ ਨਾਨਕ ਪਾਤਸ਼ਾਹ। ਅਸੀਂ ਤੇ ਵਿਚਰਨ ਵਾਸਤੇ ਆਏ ਹੋਏ ਆ, ਤੁਰਨ ਫਿਰਨ ਵਾਸਤੇ ਆਏ ਆ। ਸਾਡਾ ਮਕਸਦ ਮਾਇਆ ਇਕੱਠੀ ਕਰਨਾ ਨਹੀਂ ਹੈ। ਸਾਡਾ ਪ੍ਰਯੋਜਨ ਸਿਰਫ ਇੰਨਾ ਹੈ, ਸਮਾਜ ਵੇਖਣਾ ਹੈ, ਦੁਨੀਆ ਵੇਖਣੀ ਹੈ, ਸੰਸਾਰ ਵੇਖਣਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਖੰਡ ਖਤਮ ਕਰ ਰਹੇ। ਰਾਜਾ ਸੁਣ ਕੇ ਬਹੁਤ ਬਹੁਤ ਖੁਸ਼ ਹੋਇਆ। ਉਹਨੂੰ ਲੱਗਿਆ ਕੋਈ ਸਾਧੂ ਆਏ ਨੇ, ਬੰਦਗੀ ਵਾਲੇ ਆਏ ਨੇ, ਕਿਉਂਕਿ ਇਹ ਰਾਜਾ ਮਦਰ ਬੈਨ ਜੋ ਜਾਤ ਦਾ ਬ੍ਰਾਹਮਣ ਹੈ ਤੇ ਭਗਤੀ ਬਹੁਤ ਕਰਦਾ ਹੈ। ਕਿਉਂਕਿ ਅੱਜ ਦੇ ਬ੍ਰਾਹਮਣਾਂ ਤੇ ਪੁਰਾਣੇ ਬ੍ਰਾਹਮਣਾਂ 'ਚ ਹੀ ਫਰਕ ਸੀ। ਉਹ ਤਪਸਵੀ ਸਨ, ਸਿਮਰਨ ਕਰਦੇ ਸੀ, ਬੰਦਗੀ ਕਰਦੇ ਸੀ, ਕਰਮ ਕਾਂਡ ਕਰਦੇ ਸੀ ਬਹੁਤ ਘੱਟ। ਹੁਣ ਤੇ ਭਗਤੀ ਬੰਦਗੀ ਹੈ ਹੀ ਕਿਸੇ ਕੋਲ ਨਹੀਂ, ਬਸ ਸਿੱਧੀਆਂ ਦਰਗਾਹ ਦੀਆਂ ਟਿਕਟਾਂ ਹੀ ਨੇ ਸਾਰਿਆਂ ਕੋਲ। ਜਿਹਨੂੰ ਮਰਜ਼ੀ ਛੇੜ ਕੇ ਬਹਿ ਜਾਓ, ਕਹਿੰਦਾ ਲੈ ਤੈਨੂੰ ਮੈਂ ਦੱਸਦਾ ਤੇਰਾ ਫਿਊਚਰ ਕੀ ਹੈ, ਕੱਲ ਨੂੰ ਕੀ ਕਰੇਗਾ, ਆਹ ਰੰਗ ਦੇ ਕੱਪੜੇ ਪਾ ਲਈ, ਆਹ ਰੰਗ ਦੀ ਦਾਲ ਚੜਾ ਦੀ, ਭਵਿੱਖ ਇੱਥੇ ਖੜਾ ਸਕਦਾ। ਜਦੋਂ ਮਦਰ ਬੈਨ ਨੇ ਬਚਨ ਸੁਣੇ, ਉਹਨੇ ਸੀਸ ਨਵਾਇਆ। ਕਹਿੰਦਾ ਮਹਾਂਪੁਰਖੋ ਇੱਥੇ ਕਿਉਂ ਬੈਠੇ ਹੋ, ਨਗਰ 'ਚ ਆ ਜਾਓ, ਆਓ ਅੰਦਰ ਚੱਲਦੇ। ਇੰਨੇ ਨੂੰ ਰਾਜੇ ਦੀ ਫੋਰਸ, ਰਾਜੇ ਦੇ ਸਿਪਾਹੀ ਜੋ ਸ਼ਿਕਾਰ ਪਿੱਛੇ ਲੱਗੇ ਸੀ, ਉਹ ਅੱਗੇ ਲੰਘ ਗਏ ਨੇ। ਤੁਰੰਤ ਜੋਰ ਜੁਗੇ ਹੱਥ, ਭਇਓ ਦੀਨ ਬੰਦੇ ਜਗਨਨਾਥ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਗੋਡੇ ਟੇਕ ਕੇ ਰਾਜੇ ਮਦਰ ਬੈਨ ਨੇ ਦੋਨੋਂ ਹੱਥ ਜੋੜੇ, ਸੀਸ ਨਵਾਇਆ। ਕਹਿੰਦਾ ਸਤਿਪੁਰਸ਼ੋ ਬੜੀ ਖੁਸ਼ੀ ਹੋਈ, ਅੱਜ ਤੇ ਦਿਨ ਹੀ ਭਾਗਾਂ ਵਾਲਾ ਹੈ। ਚੱਲਿਆ ਕਿਹੜੇ ਕੰਮ, ਹੋ ਕੀ ਗਿਆ? ਆਇਆ ਤੇ ਬੁਰੇ ਕੰਮ ਵਾਸਤੇ ਹੀ ਸੀ, ਸ਼ਿਕਾਰ ਖੇਡਣ, ਜੀਵ ਦੀ ਹੱਤਿਆ ਕਰਨ। ਪਰ ਜੀਵਾਂ ਨੂੰ ਬਚਾਉਣ ਵਾਲਾ ਦਾਤਾ, ਜਨਮ ਦੇਣ ਵਾਲਾ ਸੁਭਾਵਕ ਪ੍ਰਾਪਤ ਹੋ ਗਿਆ। ਇਹ ਪ੍ਰੇਮ ਪੁਨ ਬਿਨ ਬਖਾਨੇ,
ਗਮਨੇ ਹੋ ਨਗਰ ਵਿਖੇ ਗੁਣ ਖਾਨੇ। ਨਮਸਕਾਰ ਕਰਕੇ ਰਾਜਾ ਮਦਰਬੈਨ ਸਤਿਗੁਰਾਂ ਦੇ ਸਾਹਮਣੇ ਬੈਠ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁੱਖ ਸਾਂਦ ਪੁੱਛੀ, ਕਹਿੰਦਾ ਜੀ ਬਸ ਕਿਰਪਾ ਹੀ ਹੈ ਸੰਤਾਂ ਮਹਾਂਪੁਰਖਾਂ ਦੀ, ਰੱਬ ਦੇ ਪਿਆਰਿਆਂ। ਜੋ ਸਮਾਂ ਲੰਘਦਾ ਜੀ ਰੱਬ ਦੇ ਸ਼ੁਕਰ ਚ ਲੰਘਦਾ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਖੁਸ਼ ਭਾਈ ਮਰਦਾਨਾ ਜੀ ਵੱਲ ਵੇਖਿਆ, ਉਹ ਖਿਜੇ ਪਏ ਆ ਵੀ ਏਦਾਂ ਦੇ ਤੁਹਾਨੂੰ 20 ਰਾਜੇ ਬੁਲਾਈ ਜਾਣ, ਮੈਨੂੰ ਕੀ ਫਰਕ ਹੈ? ਜਦ ਮੈਨੂੰ ਫਾਇਦਾ ਹੀ ਕੋਈ ਨਹੀਂ, ਮੈਨੂੰ ਕਿਸੇ ਨੇ ਰੋਟੀ ਨਹੀਂ ਪੁੱਛਣੀ, ਪਾਣੀ ਨਹੀਂ ਪਿਲਾਉਣਾ, ਇੱਕ ਰਾਜਾ ਛੱਡ 50 ਆ ਜਾਣ, ਸਾਡੇ ਲਈ ਕੀ ਪਾਏ? ਮਰਜ ਵੇਖ ਕੇ ਭਾਈ ਮਰਦਾਨੇ ਨੂੰ ਮੁਸਕਰਾਉਂਦੇ ਰਹੇ, ਪਰ ਭਾਈ ਮਰਦਾਨਾ ਜੀ ਖਿਜੇ ਹੋਏ ਨੇ, ਸੜੇ ਬਲੇ ਪਏ ਨੇ ਵੀ 3 ਦਿਨ ਹੋ ਗਏ ਰੋਟੀ ਪਾਣੀ ਕੁਛ ਨਹੀਂ, ਨਾ ਕਿਤੇ ਜਾਣ ਦਿੰਦੇ। ਆ ਹੁਣ ਰਾਜਾ ਆਇਆ, ਇਹਨੂੰ ਵੀ ਏਦਾਂ ਹੀ ਮੋੜ ਦੇਣਾ ਇਹਨਾਂ ਗੱਲਾਂ ਨਾਲ। ਕਹਿੰਦਾ ਮਰਜ ਨਗਰ ਵਿੱਚ ਆਓ ਜੀ, ਤੁਹਾਡਾ ਨਗਰ ਹੈ, ਜਿੰਨਾ ਦਿਲ ਕਰਦਾ ਹੈ ਉਹਨਾਂ ਸਮਾਂ ਤੁਸੀਂ ਉੱਥੇ ਬਤੀਤ ਕਰ ਸਕਦੇ ਹੋ, ਮਹਿਲਾਂ ਦੇ ਤਾਲੇ ਖੋਲ ਦਿੰਦਾ। ਸਤਿਗੁਰ ਕਹਿੰਦੇ ਨਹੀਂ ਰਾਜ, ਅਸੀਂ ਇੱਥੇ ਹੀ ਚੰਗੇ ਹਾਂ। ਬੇਸ਼ੱਕ ਭਾਈ ਮਰਦਾਨਾ ਚੁੱਪ ਚਪੀਤਾ ਬੈਠਾ, ਅੰਦਰੋਂ ਤੇ ਗੁੱਸਾ ਚੜਦਾ ਹੈ ਵੀ ਇੱਥੇ ਬਹਿ ਕੇ ਅਸੀਂ ਕੀ ਕਰਨਾ ਹੈ? ਜੇ ਅਗਲਾ ਕਹਿੰਦਾ ਚੱਲੋ ਉੱਥੇ, ਤੇ ਉੱਥੇ ਨਹੀਂ ਜਾਂਦੇ, ਪਰ ਬੋਲਦਾ ਨਹੀਂ। ਅੰਦਰੋਂ ਅੰਦਰ ਆਪਣੇ ਆਪ ਨਾਲ ਔਖੀ ਜੀ ਜਾਂਦਾ ਏ। ਮੰਦਰ ਕੋ ਬਨੇ ਬਚਿਤਰਾ, ਪਾਏ ਪਾਉ ਨਿਜ ਕਰੋ ਪਵਿੱਤਰਾ। ਰਾਜੇ ਨੇ ਬੜੇ ਪਿਆਰ ਨਾਲ ਆਖਿਆ, ਬਾਦਸ਼ਾਹ ਉਹ ਮੰਦਰ ਫਕੀਰਾਂ ਵਾਸਤੇ ਨੇ, ਮਹਿਲ ਇੱਥੇ ਜੰਗਲੀ ਜਾਨਵਰਾਂ ਦਾ ਖੌਫ ਹੈ, ਗਰਮੀ ਹੈ, ਸਰਦੀ ਹੈ, ਮੀਂਹ ਹੈ, ਹਰ ਤਰ੍ਹਾਂ ਦਾ ਮੌਸਮ ਜੰਗਲ ਚ ਹੁੰਦਾ ਹੈ, ਸਮੁੰਦਰੀ ਕਿਨਾਰਾ ਹੈ ਟਾਪੂ ਦਾ। ਜੇ ਤੁਸੀਂ ਕਿਰਪਾ ਕਰਕੇ ਮੇਰੀ ਮਹਿਲਾਂ ਚ ਚਰਨ ਪਾਓ, ਭਾਗਾਂ ਸਹਿਤ ਮੇਰਾ ਨਗਰ ਵੀ ਤਰ ਜੂਗਾ। ਇੱਕ ਬਹਾਨਾ ਹੀ ਹੋਏਗਾ, ਸਬੱਬ ਬਣੇਗਾ, ਤੁਸੀਂ ਸਾਡੇ ਵਿਹੜੇ ਆਓ, ਚਰਨ ਪਾ ਜਾਓ। ਮੈਂ ਤੇ ਪਾਤਸ਼ਾਹ ਇਹੀ ਚਾਹੁੰਦਾ ਵੀ ਜੇ ਤੁਸੀਂ ਨਗਰ ਵਿੱਚ ਚਰਨ ਪਾ ਦਿਓ, ਉਹਦੇ ਵਰਗੀ ਰੀਸ ਕੋਈ ਨਹੀਂ। ਮੇਰੀ ਪ੍ਰਜਾ ਨੂੰ ਕਿਤੇ ਨਾ ਕਿਤੇ ਮੱਤ ਆ ਜਾਊਗੀ। ਕਰ ਅੰਨ ਬਣਾਏ ਭੰਡਾਰਾ, ਅਚੋ ਆਪ ਕਰ ਮਦਰ ਆਹਾਰਾ। ਆਪ ਹੁਕਮ ਕਰੋ ਤੇ ਭੋਜਨ ਤਿਆਰ ਕਰਵਾਵਾਂ ਮਹਿਲਾਂ ਚ। ਜੇ ਤੁਸੀਂ ਕਿਸੇ ਦੇ ਹੱਥ ਦਾ ਨਹੀਂ ਛਕਦੇ, ਪਾਤਸ਼ਾਹ ਅਨਾਜ ਦੇ ਦੇਾਂਗੇ, ਰਾਸ਼ਨ ਦੇ ਦੇਾਂਗੇ। ਆਪਣੀ ਮਰਜ਼ੀ ਨਾਲ, ਆਪਣੀ ਮੌਜ ਨਾਲ ਬਣਾਇਓ, ਕਿਉਂਕਿ ਕਈ ਸਾਧੂ ਫਕੀਰ ਕਿਸੇ ਦਾ ਹੱਥ ਦਾ ਨਹੀਂ ਛਕਦੇ ਹੁੰਦੇ। ਰਾਜਾ ਕਹਿੰਦਾ ਜੀ ਮੈਨੂੰ ਬੜੀ ਖੁਸ਼ੀ ਹੋਊਗੀ ਜੇ ਤੁਸੀਂ ਘਰ ਆ ਕੇ ਭੋਜਨ ਪ੍ਰਾਪਤ ਕਰੋਗੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ਼ਾਰਾ ਕਰਤਾ, ਕਹਿੰਦੇ ਨਹੀਂ, ਅਸੀਂ ਆਨੰਦ ਚ, ਸਾਨੂੰ ਕੋਈ ਭੁੱਖ ਨਹੀਂ। ਰੰਗ ਨਿਕਲੇ ਹੋ ਸੁਠ ਚੀਰ, ਪੈਰੋ ਗੁਣੀ ਗਹੀਰ ਸਰੀਰ। ਜਦੋਂ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਵੀ ਸਾਨੂੰ ਭੋਜਨ ਨਹੀਂ ਚਾਹੀਦਾ, ਤੇ ਜਿਹੜੇ ਨਾਲ ਬੈਠੇ ਭੁੱਖ ਲੱਗੀ, ਉਹਨਾਂ ਨੂੰ ਤੇ ਪੁੱਛਿਆ ਨਹੀਂ ਕਿਸੇ ਨੇ। ਸਤਿਗੁਰਾਂ ਨੇ ਕਹਿ ਦਿੱਤਾ ਸਾਨੂੰ ਭੋਜਨ ਨਹੀਂ ਚਾਹੀਦਾ। ਰਾਜਾ ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ, ਸੋਹਣੇ ਸੋਹਣੇ ਕੱਪੜੇ ਲੈ ਆਵਾਂ, ਮਨ ਭਾਉਂਦੇ ਵਸਤਰ ਪਹਿਨੋ ਜੀ। ਆ ਪੁਰਾਣੇ ਵਸਤਰ ਤੁਸੀਂ ਪਾਏ ਹੋਏ ਆ। ਹੁਣ ਸੱਚੀ ਗੱਲ ਇਹ ਹੈ ਜੀ ਵੀ ਭੁੱਖੇ ਇਨਸਾਨ ਵਾਸਤੇ ਕੀਮਤੀ ਪੁਸ਼ਾਕਾਂ ਵੀ ਰੇਸ਼ਮ ਦੀਆਂ ਰੱਖ ਦਿਓ, ਕਿਸੇ ਕੰਮ ਨਹੀਂ। ਜੇ ਸਾਨੂੰ ਭੁੱਖ ਲੱਗੀ ਹੋਈ ਹੈ ਨਾ, ਤੇ ਸਾਨੂੰ ਦੁਨੀਆ ਦੇ ਵਿੱਚ ਪਿਆ ਸੋਨਾ ਵੀ ਚੰਗਾ ਨਹੀਂ ਲੱਗਦਾ, ਹੱਥਾਂ ਵਿੱਚ ਪਾਏ ਗਹਿਣੇ ਵੀ ਪਸੰਦ ਨਹੀਂ ਜੀ। ਅੰਤਾਂ ਦੀ ਭੁੱਖ ਲੱਗੀ ਹੈ, ਗੁਰੂ ਸਾਹਿਬ ਕਹਿੰਦੇ ਰਾਜਨ ਸਾਨੂੰ ਵਸਤਰ ਵੀ ਨਹੀਂ ਚਾਹੀਦੇ, ਭੋਜਨ ਵੀ ਨਹੀਂ ਚਾਹੀਦਾ, ਸਭ ਕੁਝ ਪਰਮਾਤਮਾ ਨੇ ਬਖਸ਼ਿਆ ਹੋਇਆ ਹੈ। ਸਬਰ ਸੰਤੋਖ ਬੜਾ ਹੈ, ਕਿਸੇ ਵਸਤੂ ਦੀ ਲੋੜ ਨਹੀਂ। ਚਲੋ ਤੋ ਇਹ ਪੰਚਾਮੋ, ਕਰੋ ਸੋ ਬਿਦ ਜਸ ਆਇ ਸਪਾਮੋ। ਮਤਲਬ ਗੱਲਾਂ ਗੱਲਾਂ ਚ ਸਤਿਗੁਰਾਂ ਨੇ ਰਾਜੇ ਮਦਰਬੈਨ ਨੂੰ ਜਵਾਬ ਦੇਤਾ ਵੀ ਨਾ ਸਾਨੂੰ ਭੋਜਨ ਚਾਹੀਦਾ, ਨਾ ਸਾਨੂੰ ਕੱਪੜੇ ਚਾਹੀਦੇ, ਆਈਏ ਤੇ ਤਾਂ ਜੇ ਲੋੜ ਹੋਵੇ ਕੋਈ। ਭਾਈ ਮਰਦਾਨਾ ਥੱਲੇ ਮੂੰਹ ਕਰਕੇ ਬੈਠਾ ਸੀ, ਟੇਢੀ ਦੀ ਅੱਖ ਨਾਲ ਵੇਖਿਆ ਵੀ ਇਹ ਕਹਿ ਕੀ ਰਹੇ ਨੇ, ਵੀ ਇਹ ਗੱਲਾਂ ਸ਼ੋਭਾ ਥੋੜਾ ਦਿੰਦੀਆਂ। ਮੈਨੂੰ ਤੇ ਭੁੱਖ ਲੱਗੀ, ਮੇਰੀਆਂ ਤੇ ਆਂਦਰਾਂ ਬਾਹਰ ਨਿਕਲੀਆਂ, ਤੇ ਗੁਰੂ ਬਾਬਾ ਜੀ ਕਹਿੰਦੇ ਨਾ ਕੱਪੜੇ ਚਾਹੀਦੇ ਨਾ ਰੋਟੀ ਚਾਹੀਦੀ। ਰਾਜੇ ਮਦਰਬੈਨ ਨੇ ਬੜੇ ਪਿਆਰ ਚ ਆਖਿਆ, ਕਹਿੰਦਾ ਪਾਤਸ਼ਾਹ ਜੇ ਆਪ ਜੀ ਨਗਰ ਵਿੱਚ ਨਹੀਂ ਆਉਣਾ ਚਾਹੁੰਦੇ, ਤੁਹਾਡੀ ਮੌਜ ਹੈ, ਤੇ ਹੁਕਮ ਕਰੋ ਜੀ, ਮੈਂ ਭੋਜਨ ਤੇ ਵਸਤਰ ਇੱਥੇ ਲੈ ਆਵਾਂ ਜਿੱਥੇ ਤੁਸੀਂ ਬੈਠੇ ਹੋ। ਥੋੜੀ ਜਿਹੀ ਖੁਸ਼ੀ ਭਾਈ ਮਰਦਾਨੇ ਨੂੰ ਹੋਈ, ਪਰ ਇੱਕ ਦੁੱਖ ਹੈ, ਜੇ ਬਾਬਾ ਜੀ ਨੇ ਫੇਰ ਜਵਾਬ ਦੇਤਾ ਆਖੋ ਸਤਨਾਮ, ਫਿਰ ਤੇ ਮਰਨ ਵਾਲਾ ਹੀ ਕੰਮ ਹੈ। 3 ਦਿਨ ਹੋ ਗਏ ਭੁੱਖੇ ਪਿਆਸੇ ਬੈਠਿਆਂ ਨੂੰ, ਜੇ ਰਾਜਾ ਕਹਿੰਦਾ ਤੁਹਾਡੀ ਆਓ ਭਗਤ ਕਰਾਂਗੇ, ਮਹਿਲਾਂ ਚ ਆਓ,
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਜਵਾਬ ਦੇ ਰਹੇ ਨੇ। ਤੇ ਜੇ ਹੁਣ ਰਾਜਾ ਆਖਦਾ ਮਹਾਰਾਜ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਪਕਵਾਨ ਬਣਾ ਕੇ ਲੈ ਆਵਾਂ, ਸੋਹਣੇ ਸੋਹਣੇ ਵਸਤਰ ਲੈ ਆਵਾਂ, ਆਪ ਜੀ ਇੱਥੇ ਹੀ ਪ੍ਰਵਾਨ ਕਰੋ। ਹੁਣ ਭਵਾਲ ਕੀ ਐਸੀ ਬਾਣੀ, ਬੋਲੇ ਬਚਨ ਗੁਰੂ ਕੋਨ ਖਾਨੀ। ਜਦੋਂ ਰਾਜੇ ਦੀ ਇਹ ਬੇਨਤੀ ਸੁਣੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਪਏ, ਆਪਣੀ ਮੌਜ ਵਿੱਚ ਹੱਸੇ ਆ। ਭਾਈ ਬਾਲਾ ਜੀ ਵੀ ਸਤਿਗੁਰਾਂ ਨੂੰ ਵੇਖ ਕੇ ਮੁਸਕਰਾਏ, ਕਿਉਂਕਿ ਉਹ ਵਚਨ ਸਮਝ ਰਹੇ ਨੇ। ਰਾਜੇ ਦੀ ਭਾਵਨਾ ਬੜੀ ਗਹਿਰੀ ਹੈ, ਬੇਸ਼ੱਕ ਉਹ ਸ਼ਿਕਾਰ ਖੇਡਣ ਆਇਆ ਹੋਇਆ, ਪਰ ਜਦੋਂ ਉਹਨੇ ਸਾਧੂ ਵੇਖੇ ਨਾ ਉਹਦਾ ਮਨ ਪਸੀਜ ਗਿਆ ਵੀ ਜੇ ਸੰਤ ਮਹਾਂਪੁਰਖ ਮੇਰੇ ਇਲਾਕੇ ਚ ਆ ਕੇ ਭੁੱਖੇ ਪਿਆਸੇ ਚਲੇ ਗਏ ਤੇ ਮੇਰਾ ਰਾਜਾ ਹੋਣਾ ਕਾਹਦਾ ਕੰਮ ਹੈ, ਕੀ ਫਾਇਦਾ ਰਾਜੇ ਹੋਣ ਦਾ। ਜੇ ਮੇਰੀ ਇਸ ਪਰਜਾ ਦੇ ਵਿੱਚੋਂ ਕੋਈ ਰੱਜ ਕੇ ਹੀ ਨਾ ਗਿਆ, ਕੋਈ ਭੁੱਖਾ ਸੌਂ ਗਿਆ ਤੇ ਮੈਂ ਰਾਜਾ ਕਾਹਦਾ। ਉਹ ਤਰਲੇ ਕਰਦਾ ਹੈ, ਮਿੰਨਤਾਂ ਕਰਦਾ ਹੈ। ਪਰ ਭਾਈ ਬਾਲਾ ਜੀ ਕਹਿੰਦੇ ਜੋ ਸਤਿਗੁਰ ਕਹਿੰਦੇ ਨੇ ਸੋ ਭਲਾ ਹੈ। ਜੇ ਭੋਜਨ ਨਹੀਂ ਚਾਹੀਦਾ ਤੇ ਮੌਜ ਆ ਸਾਡੀ, ਵਸਤਰ ਨਹੀਂ ਚਾਹੀਦੇ ਤੇ ਕੋਈ ਰੌਲਾ ਹੀ ਨਹੀਂ। ਪਰ ਭਾਈ ਮਰਦਾਨਾ ਜੀ ਦਵੇ ਘੁੱਟੇ ਬੈਠੇ ਆ ਵੀ ਜਿਹਨੂੰ ਲੋੜ ਆ ਉਹਨੂੰ ਪੁੱਛਦਾ ਹੀ ਕੋਈ ਨਹੀਂ, ਆਖੋ ਸਤਨਾਮ। ਪਰ ਰਾਜੇ ਨੇ ਪਹਿਲਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਥੋਂ ਆਏ, ਬੋਲੇ ਹੀ ਨਹੀਂ, ਖਿਜਿਆ ਬੈਠਾ ਰਹੇ। ਤੇ ਇਸੇ ਕਰਕੇ ਗੁਰੂ ਸਾਹਿਬ ਨੇ ਨਾ ਕਰਦੀ, ਕਹਿੰਦੇ ਨਾ ਸਾਨੂੰ ਰੋਟੀ ਚਾਹੀਦੀ, ਨਾ ਸਾਨੂੰ ਭੋਜਨ ਚਾਹੀਦਾ। ਹੁਣ ਜੇ ਆਕੜਾ ਤੇ ਆਕੜ ਨਾਲ ਕੀ ਮਿਲੂਗਾ, ਕੁਝ ਵੀ ਨਹੀਂ। ਭਾਈ ਮਰਦਾਨਾ ਜੀ ਆਕੜੇ ਬੈਠੇ ਆ, ਕ੍ਰੋਧ 'ਚ ਬੈਠੇ ਆ, ਗੁੱਸੇ ਵਿੱਚ ਨੇ ਵੀ ਮੈਂ ਤੇ ਹੁਣ ਗੁਰੂ ਸਾਹਿਬ ਨਾਲ ਰਹਿਣਾ ਹੀ ਨਹੀਂ, ਇਹ ਹਰ ਵਾਰ ਮੇਰੇ ਨਾਲ ਆਹੀ ਕੁਛ ਕਰਦੇ। ਪਰ ਜਦੋਂ ਰੋਟੀ ਮਿਲ ਜਾਂਦੀ ਹੈ ਸਾਰਾ ਕੁਝ ਭੁੱਲ ਕੇ ਖੁਸ਼ ਹੋ ਕੇ ਕਹਿੰਦੇ ਬਾਬਾ ਤੇਰੇ ਵਰਗਾ ਅਸਾਂ ਦਾ ਮਿੱਤਰ ਕੋਈ ਨਹੀਂ। ਤੇ ਜਦੋਂ ਲੱਗੀ ਹੁੰਦੀ ਭੁੱਖ ਤੇ ਜਦੋਂ ਸਤਾਵੇ ਦੁੱਖ, ਕਹਿੰਦੇ ਬਾਬਾ ਇੱਕ ਵਾਰੀ ਪਿੰਡ ਲੈ ਜਾ, ਮੈਂ ਤਾਂ ਨਹੀਂ ਆਉਂਦਾ ਮੁੜ ਕੇ। ਰਾਜੇ ਮਦਰ ਬੈਨ ਨੇ ਬੜੇ ਪ੍ਰੇਮ ਨਾਲ, ਸ਼ਰਧਾ ਦੇ ਨਾਲ ਜਦੋਂ ਨਾਮ ਸੁਣਿਆ ਵੀ ਇਹ ਨਾਨਕ ਜੀ ਨੇ, ਉਹਨੇ ਤਰਲੇ ਵੀ ਕੀਤੇ। ਪਰ ਸੱਚੇ ਪਾਤਸ਼ਾਹ ਕਹਿੰਦੇ ਰਾਜਨ ਸਾਡੇ ਕੋਲ ਭੋਜਨ ਵੀ ਹੈ, ਸਾਡੇ ਕੋਲ ਵਸਤਰ ਵੀ ਨੇ। ਕਹਿੰਦਾ ਪਾਤਸ਼ਾਹ ਕਿਹੜਾ ਭੋਜਨ, ਕਿਹੜਾ ਵਸਤਰ, ਕੁਝ ਦਿਸਦਾ ਤੇ ਹੈ ਨਹੀਂ। ਲਾਵਲ ਮਹੱਲਾ ਪਹਿਲਾ, ਇੱਕ ਭੰਡਾਰ ਨਾਮ ਕਾ, ਜਿਨ ਸਭ ਕੁਛ ਦਿਆ। ਇੱਥੇ ਸਤਿਗੁਰਾਂ ਨੇ ਰਾਗ ਬਿਲਾਵਲ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਰਾਜੇ ਮਦਰ ਬੈਨ ਦੇ ਤਾਈ, ਪਰ ਇਹ ਅੰਮ੍ਰਿਤ ਬਚਨ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਸਤਿਗੁਰ ਕਹਿੰਦੇ ਸਾਡੇ ਕੋਲ ਨਾਮ ਦਾ ਭੰਡਾਰ ਹੈ, ਉਹ ਤੋਂ ਬਿਨਾਂ ਸਾਡੇ ਕੋਲ ਕੁਝ ਨਹੀਂ। ਨਾਮ ਦਾ ਭੋਜਨ ਸਾਡੇ ਪੱਲੇ ਆ, ਭੰਡਾਰ ਭਰਿਆ ਪਿਆ, ਸਟੋਰ ਭਰਿਆ ਪਿਆ। ਹੁਣ ਜਿਹਦੇ ਕੋਲ ਜੀ ਮੋਦੀਖਾਨੇ ਦੀ ਚਾਬੀ ਹੋਵੇ, ਸਟੋਰ ਦੀ ਚਾਬੀ ਹੋਵੇ, ਉਹ ਭੁੱਖਾ ਮਰਦਾ ਹੈ। ਦਾਲਾਂ, ਚਾਵਲ, ਆਟਾ, ਤੇਲ, ਘਿਓ ਸਭ ਕੁਝ ਤੇ ਹੁੰਦਾ ਹੈ। ਜੋ ਜੀ ਕਰਦਾ ਬਣਾ ਲਏ, ਜੋ ਜੀ ਕਰਦਾ ਖਾ ਲਏ ਤੇ ਖਵਾ ਲਏ। ਸਤਿਗੁਰ ਕਹਿੰਦੇ ਆ ਨਾਮ ਭੰਡਾਰਾ ਸਾਡੇ ਕੋਲ ਹੈ, ਅਸੀਂ ਬੜੇ ਸੰਤੁਸ਼ਟ ਹਾਂ। ਉਹ ਕਿਹੜਾ ਭੰਡਾਰਾ ਹੈ, ਖਾਵ ਹੋ ਖਰਚ ਹੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹਦਾ ਅਰਥ ਹੈ ਸਿਮਰਨ ਬੰਦਗੀ, ਵੀ ਜਿੰਨਾ ਮਰਜ਼ੀ ਛਕੋ ਤੇ ਜਿੰਨਾ ਮਰਜ਼ੀ ਛਕਾਓ, ਕਿਉਂਕਿ ਰੱਬ ਦੇ ਪਿਆਰਿਆਂ ਦਾ ਭੋਜਨ ਨਾਮ ਹੁੰਦਾ ਏ। 36 ਪ੍ਰਕਾਰ ਦੇ ਭੋਜਨ ਨੇ ਪ੍ਰਮਾਤਮਾ ਦੀ ਬੰਦਗੀ। ਸਤਿਗੁਰ ਕਹਿੰਦੇ ਸਾਡੇ ਕੋਲੇ ਭੰਡਾਰ ਭਰੇ ਪਏ ਨੇ ਭੋਜਨ ਦੇ, ਕੀ ਕਰਨੇ ਆ ਰਾਜਨ, ਸਾਨੂੰ ਕਿਸੇ ਪਦਾਰਥ ਦੀ ਲੋੜ ਨਹੀਂ। ਇੱਕ ਹੀ ਭੰਡਾਰਾ, ਇੱਕ ਹੀ ਖਜ਼ਾਨਾ ਸਾਡਾ ਪ੍ਰਫੁੱਲਤ ਹੈ। ਭੂਖ ਨੰਗ ਸਭ ਛੀਨ ਕੇ, ਆਪਣਾ ਕਰ ਲਿਆ। ਭੂਖ ਨੰਗ ਸਭ ਛੀਨ ਕੇ ਆਪਣਾ ਕਰ ਲਿਆ। ਕਹਿੰਦੇ ਉਸ ਭੰਡਾਰੇ ਵਾਲੇ ਸੱਜਣ ਨੇ ਸਾਡੀ ਭੁੱਖ, ਸਾਡਾ ਨੰਗਪਣਾ ਖੋਲਿਆ, ਉਹਨੇ ਆਪਣਾ ਬਣਾ ਲਿਆ। ਬੰਦਗੀ ਵਾਲਿਆਂ ਦੇ ਕੋਲ ਸੋਹਣੇ ਕੱਪੜੇ ਨਹੀਂ ਹੁੰਦੇ, ਸੋਹਣੇ ਮਹਿਲ ਨਹੀਂ ਹੁੰਦੇ, ਇਹ ਪਛਾਣ ਆਏ ਉਹਨਾਂ ਦੀ। ਉਹ ਸਾਦਗੀ ਦੇ ਕੱਪੜਿਆਂ ਵਿੱਚ ਰਹਿੰਦੇ ਨੇ। ਬਾਣੀ ਨੇ ਲਿਖਿਆ ਜਿਨ ਪਾਟੇ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਜਿਨ੍ਹਾਂ ਦੇ ਕਹਿੰਦੇ ਅੰਦਰ ਤੇ ਰੇਸ਼ਮ ਦੀਆਂ ਡੋਰਾਂ ਨੇ, ਮਿੱਠਾ ਬਹੁਤ ਬੋਲਦੇ ਆ, ਬਾਹਰ ਉਹਨਾਂ ਗੁਦੜੀਆਂ ਪਾਈਆਂ, ਫਟੇ ਪੁਰਾਣੇ ਕੱਪੜੇ ਪਾਏ ਹੋਏ ਆ। ਰੱਬ ਜਦ ਵੀ ਮਿਲਿਆ ਐਸਿਆਂ ਚੋਂ ਮਿਲੇ ਐ। ਬਹੁਤੇ ਮਹਿਲਾਂ ਵਿੱਚ ਰਹਿਣ ਵਾਲਿਆਂ ਦੇ ਕੋਲ, ਲਗਜ਼ਰੀ ਬੰਦਿਆਂ ਕੋਲ ਰੱਬ ਨਹੀਂ ਹੁੰਦਾ। ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਇਆ ਦਾ ਸ਼ਿੰਗਾਰ ਬਣਿਆ ਫਿਰਦਾ ਹੈ, ਜਿਹਦੇ ਆਸੇ ਪਾਸੇ ਮਾਇਆ ਘੁੰਮਦੀ ਵਿਚਰਦੀ ਫਿਰਦੀ, ਉਹਦੇ ਕੋਲ ਰੱਬ ਕਿੱਥੇ ਹੈ। ਸਤਿਗੁਰ ਕਹਿੰਦੇ ਭੁੱਖ ਨੰਗ ਤੇ ਸਾਡੀ ਖਤਮ ਹੋ ਗਈ ਹੈ, ਉਹ ਸਾਡੇ ਕੋਲ ਨਹੀਂ ਹੈ।
ਭੁੱਖ ਨੰਗ ਕਿਹਨੂੰ ਕਹਿੰਦੇ ਆ ਜੀ? ਜਿਹਦੇ ਕੋਲ ਭੁੱਖ ਕਹੀਏ ਭੋਜਨ ਪਦਾਰਥ ਨਹੀਂ। ਨੰਗਾ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਕੱਪੜੇ ਨਹੀਂ। ਰਾਜੇ ਨੇ ਹੀ ਤੇ ਪੁੱਛਿਆ, ਮਹਾਰਾਜ ਜੇ ਕਿਰਪਾ ਕਰੋ ਭੋਜਨ ਲੈ ਆਵਾਂ, ਸੋਹਣੇ ਬਸਤਰ ਲੈ ਆਵਾਂ। ਸਾਹਿਬ ਕਹਿੰਦੇ ਸਾਡੀ ਤੇ ਭੁੱਖ ਨੰਗ ਖਤਮ ਹੋ ਗਈ, ਕਿਉਂਕਿ ਸਾਡੇ ਕੋਲ ਖਜ਼ਾਨਾ ਏ। ਖਜ਼ਾਨੇ ਦਾ ਮਾਲਕ ਰੋਵੇ ਵੀ ਅੱਜ ਰੋਟੀ ਖਾਣ ਨੂੰ ਨਹੀਂ, ਫਿਰ ਤੇ ਲੱਖ ਦੀ ਲਾਂਤ ਹੈ। ਹਾਂ, ਜਿਹਦੇ ਘਰੇ ਕੁਛ ਨਹੀਂ, ਆਟਾ ਨਹੀਂ ਢੋਲ ਵਿੱਚ, ਬਣਾਉਣ ਨੂੰ ਦਾਲ ਨਹੀਂ, ਉਹ ਬੰਦਾ ਰੋਵੇ ਵੀ ਅੱਜ ਰੋਟੀ ਨਹੀਂ ਹੈ। ਸੋਚਿਆ ਜਾ ਸਕਦਾ ਏ। ਗੁਰੂ ਬਾਬਾ ਜੀ ਕਹਿੰਦੇ ਭਾਈ ਸਾਡੇ ਤੇ ਖਜ਼ਾਨੇ ਭਰੇ ਪਏ ਆ, ਅਸੀਂ ਕੀ ਲੈਣਾ ਕੱਪੜਿਆਂ ਤੋਂ, ਕੀ ਲੈਣਾ ਤੇਰੇ ਭੋਜਨ ਤੋਂ? ਸਾਡਾ ਆਪਣਾ ਹੀ ਭੋਜਨ ਸਾਡੇ ਕੋਲ ਮੁੱਕਦਾ ਨਹੀਂ, ਕਿਉਂਕਿ ਇਸ ਭੋਜਨ ਤੇ ਇਹਨਾਂ ਪਦਾਰਥਾਂ ਨੇ ਸਾਡੀ ਭੁੱਖ ਨੰਗ ਖਤਮ ਕਰਤੀ। ਸਤਿਗੁਰਾਂ ਦੇ ਬਚਨ ਸੁਣ ਸੁਣ ਕੇ ਭਾਈ ਮਰਦਾਨੇ ਨੂੰ ਖਿੱਚ ਚੜੀ ਜਾਵੇ, ਆਖੋ ਸਤਨਾਮ। ਵੀ ਇੱਧਰ ਗੱਲਾਂ ਚਿਗਣੀਆਂ ਚੋਪੜੀਆਂ ਕਰਦੇ, ਮੈਂ ਭੁੱਖਾ ਬੈਠਾ, ਮੇਰੀਆਂ ਅੰਦਰਾਂ ਨਿਕਲੀਆਂ ਪਈਆਂ। ਇਹ ਕਹਿੰਦੇ ਸਾਨੂੰ ਲੋੜ ਕੋਈ ਨਹੀਂ। ਤੇ ਗੁਰੂ ਬਾਬਾ ਜੀ ਬਚਨ ਉਚਾਰਦੇ, ਭਾਈ ਮਰਦਾਨਾ ਜੀ ਵੱਲ ਵੇਖ ਕੇ ਮੁਸਕਰਾ ਪੈਂਦੇ ਆ। ਪਰ ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇਵ ਮਹਾਰਾਜ, ਮੈਂ ਚੁੱਪ ਚਪੀਤਾ ਇਹ ਕ੍ਰਿਸ਼ਮਾ ਵੇਖਦਾ ਸੀ ਵੀ ਇਹ ਜਦੋਂ ਭਰ ਗਿਆ ਉੱਠ ਕੇ ਬੋਲੂਗੇ ਵੀ ਬਖਸ਼ ਲੈ ਬਾਬਾ ਮੈਂ ਚੱਲਿਆ। ਪਰ ਗੁਰੂ ਸਾਹਿਬ ਨੇ ਬਚਨ ਬੜਾ ਸੋਹਣਾ ਰਾਜੇ ਮਦਰ ਬੈਨ ਦੇ ਤਾਂ ਹੀ ਕਹਿ ਦਿੱਤਾ, ਕਹਿੰਦੇ ਇਹ ਦੇਈਦਾ ਉਹਨਾਂ ਨੂੰ ਹੁੰਦਾ ਏ ਜਿਨ੍ਹਾਂ ਕੋਲ ਹੋਵੇ ਕੁਛ ਨਾ। ਜਿਨ੍ਹਾਂ ਦੇ ਹੱਥ ਮੰਗਤਿਆਂ ਵਾਂਗ ਅੱਡੇ ਹੋਣ ਉਹਨਾਂ ਨੂੰ ਦੇਣਾ ਚਾਹੀਦਾ ਹੈ। ਜਿਹੜੇ ਦਾਨੀ ਹੋਣ, ਦਾਤੇ ਹੋਣ। ਦਾਤੇ ਕਦੋਂ ਬਣਦੇ? ਜਦੋਂ ਭੁੱਖ ਨੰਗ ਬਿਰਤੀ ਚੋਂ ਮੁੱਕ ਜੇ। ਬਾਹਰੀ ਤੌਰ ਤੇ ਅਮੀਰ ਹੋਏ ਕੀ ਹੋਏ, ਜੇ ਸੁਰਤ ਵਿੱਚ ਕੰਗਾਲੀ ਹੈ ਨਾ, ਮਨ ਦੀ ਨੀਅਤ ਬਦਨੀਅਤ ਹੈ, ਤੇ ਅਮੀਰੀ ਕਿਸੇ ਕੰਮ ਦੀ ਨਹੀਂ ਹੈ। ਗੁਰੂ ਪਾਤਸ਼ਾਹ ਨੇ ਸਪਸ਼ਟ ਬਚਨ ਕਹਿੰਦੇ, ਸਾਨੂੰ ਨਹੀਂ ਲੋੜ ਪਦਾਰਥਾਂ ਦੀ, ਸਾਨੂੰ ਨਹੀਂ ਲੋੜ ਕੱਪੜਿਆਂ ਦੀ, ਅਸੀਂ ਰੱਬ ਦੀ ਰਜ਼ਾ ਦੇ ਵਿੱਚ ਸਦਾ ਹੀ ਸੁਖੀ ਰਹਿੰਦੇ ਹਾਂ। ਐਸਾ ਨਾਮ ਨਾ ਛੋੜੀਏ ਸਦ ਸੰਗ ਹਮਾਰੇ, ਐਸਾ ਨਾਮ ਨਾ ਛੋੜੀਏ ਸਦ ਸੰਗ ਹਮਾਰੇ। ਰਾਜਨ ਸਾਡੇ ਕੋਲੋਂ ਨਾਮ ਹੈ ਪਰਮੇਸ਼ਰ ਦਾ ਜੋ ਸਦਾ ਅੰਗ ਸੰਗ ਰਹਿੰਦਾ ਏ, ਅਸੀਂ ਉਹਨੂੰ ਕਿਸੇ ਵੀ ਕੀਮਤ ਤੇ ਛੱਡ ਨਹੀਂ ਸਕਦੇ, ਕਿਉਂਕਿ ਨਾਮ ਇੱਕ ਭੋਜਨ ਹੈ, ਮਨ ਦੀ ਖੁਰਾਕ ਹੈ, ਰੱਬ ਦੀ ਬੰਦਗੀ। ਸਰੀਰ ਨੂੰ ਤੇ ਰੋਟੀਆਂ ਖਵਾ ਲਓਗੇ, ਭੋਜਨ ਛਕਾ ਲਓਗੇ, ਪਾਣੀ ਪਿਲਾ ਦਓਗੇ। ਜਿੰਨੀਆਂ ਸਾਡੀਆਂ ਉਮਰਾਂ ਹੋ ਗਈਆਂ, ਕਦੇ ਮਨ ਨੂੰ ਰੋਟੀ ਖਵਾਈ ਹੈ ਜੀ? ਕਦੇ ਮਨ ਨੇ ਪਾਣੀ ਪੀਤਾ ਹੈ? ਮਨ ਨੇ ਕਦੇ ਫੂਡ ਡਾਈਟ ਲਈ ਹੈ? ਨਹੀਂ ਨਾ। ਮਨ ਦੀ ਖੁਰਾਕ ਸਿਰਫ ਪਰਮੇਸ਼ਰ ਦਾ ਨਾਮ ਹੈ, ਸਤ ਤੇ ਸੰਤੋਖ ਹੈ। ਗੁਰੂ ਸਾਹਿਬ ਆਖਦੇ ਆ, ਕਹਿੰਦੇ ਸਾਡਾ ਮਨ ਰੱਜ ਗਿਆ, ਅਸੀਂ ਕਦੇ ਭੁੱਖ ਨਹੀਂ ਵਿਖਾਈ, ਕਦੇ ਵੇਖਿਆ ਹੀ ਨਹੀਂ। ਪਰ ਦੁਨੀਆ ਦੇ ਪਰਥਾਏ ਗੁਰੂ ਬਾਬਾ ਜੀ ਇਹ ਵੀ ਕਹਿੰਦੇ ਆ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। 14 ਪੁਰੀਆਂ ਤੋਂ ਭਾਰ ਬੰਨ ਕੇ ਪਦਾਰਥਾਂ ਦੇ ਬੰਦੇ ਨੂੰ ਦੇ ਦਿਓ, ਜੇ ਅੰਦਰ ਦੀ ਭੁੱਖ ਚਲੀ ਜਾਏ ਕਹਿੰਦੇ ਤਾਂ ਜ਼ਰੂਰ ਦੱਸਿਓ। ਬਿਰਤੀ ਦਾ ਭੁੱਖਾ ਕਦੇ ਵੀ ਨਹੀਂ ਰੱਜ ਸਕਦਾ, ਤੇ ਸਬਰ ਦਾ ਰੱਜਿਆ ਕਦੇ ਭੁੱਖਾ ਹੋ ਹੀ ਨਹੀਂ ਸਕਦਾ। ਉਹ ਤੇ ਲੂਣ ਨਾਲ ਰੋਟੀ ਖਾ ਕੇ ਵੀ ਕਹਿੰਦਾ ਸ਼ੁਕਰ ਹੈ ਦਾਤਾ ਇੰਨਾ ਕੁਝ ਬਖਸ਼ਤਾ, ਮੇਰਾ ਖਿਆਲ ਰੱਖਿਆ। ਤੇ ਸਾਡੇ ਵਰਗਾ ਬਦਨੀਅਤ ਬੰਦਾ ਦੇਸੀ ਘਿਓ ਨਾਲ ਚੋਪੜੀਆਂ ਖਾ ਕੇ ਵੀ ਕਹਿੰਦਾ ਇਹ ਅੱਜ ਸਬਜ਼ੀ ਸਵਾਦ ਨਹੀਂ, ਅੱਜ ਗੱਲ ਨਹੀਂ ਬਣੀ, ਅੱਜ ਆਨੰਦ ਨਹੀਂ ਆਇਆ, ਮਜ਼ਾ ਨਹੀਂ ਆਇਆ, ਸਵਾਦ ਨਹੀਂ ਆਇਆ। ਅਸੀਂ ਇੱਥੇ ਖੜੇ ਕਿਉਂਕਿ ਅਜੇ ਸੁਰਤ ਨਹੀਂ ਰਚੀ। ਤੇ ਜਿਹਦੀ ਰੱਜ ਗਈ ਨਾ, ਉਹਨੂੰ ਸੁੱਕੀਆਂ ਰੋਟੀਆਂ ਵਿੱਚੋਂ ਵੀ ਦੁੱਧ ਨਜ਼ਰ ਆਉਂਦਾ, ਉਹ ਰਜਿਆ ਹੋਇਆ ਏ। ਮਰਦ ਕਹਿੰਦੇ ਭਾਈ ਐਸੀ ਬਖਸ਼ਿਸ਼ ਉਸ ਭੰਡਾਰੀ ਨੇ ਸਾਡੇ ਤੇ ਕਰਤੀ, ਦਾਤੇ ਨੇ, ਜਿਹਨੇ ਨਾਮ ਦਾਨ ਵਜੋਂ ਬਖਸ਼ਿਆ ਏ। ਲੇਖਾ ਕੋਈ ਨਾ ਪੁੱਛਈ ਮਨ ਮੀਤ ਪਿਆਰੇ, ਲੇਖਾ ਕੋਈ ਨਾ ਪੁੱਛਈ ਮਨ ਮੀਤ ਪਿਆਰੇ। ਸਾਹਿਬ ਕਹਿੰਦੇ ਹੋ ਮੇਰੇ ਮਿੱਤਰ ਪਿਆਰਿਆ ਸੁਣ ਲਾ, ਸਾਨੂੰ ਕਿਸੇ ਨੇ ਲੇਖਾ ਨਹੀਂ ਪੁੱਛਣਾ, ਹਿਸਾਬ ਕਿਤਾਬ ਨਹੀਂ ਪੁੱਛਣਾ। ਧਰਮਰਾਜ ਹਿਸਾਬ ਕਿਤਾਬ ਕੀ ਤੋਂ ਲੈਂਦਾ? ਜਿਹੜਾ ਮਾਇਆ ਦੀ ਪ੍ਰਵਿਰਤੀ ਚ ਫਸਿਆ, ਧੀਆਂ ਪੁੱਤਾਂ ਦੀ ਮੋਹ ਚ ਫਸਿਆ। ਮੋਹ ਕਿਉਂ ਮਾੜਾ ਹੈ? ਮੋਹ ਵਿੱਚ ਆਇਆ ਬੰਦਾ ਲਾਲਚ ਵੀ ਕਰਦਾ ਹੈ, ਪਾਪ ਵੀ ਕਰਦਾ ਹੈ, ਹੰਕਾਰ ਵੀ ਕਰਦਾ ਹੈ, ਹਿਸਾਬ ਬਰਾਬਰ। ਪਰ ਰੱਬ ਦੇ ਪਿਆਰਿਆਂ ਕੋਲ ਹੈ ਹੀ ਕੁਛ ਨਹੀਂ ਮਾਣ ਕਰਨ ਲਈ, ਹੰਕਾਰ ਕਰਨ ਲਈ। ਇਸ ਕਰਕੇ ਕਹਿੰਦੇ ਲੇਖਾ ਕੋਈ ਪੁੱਛਦਾ ਹੀ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਜਿਹਨੂੰ ਰੱਬ ਨੇ ਬਖਸ਼ ਲਿਆ, ਪਰਮਾਤਮਾ ਨੇ ਆਪਣਾ ਬਣਾ ਲਿਆ, ਕਹਿੰਦੇ ਉਹਨੂੰ ਲੇਖਾ ਪੁੱਛੂਗਾ ਕੌਣ? ਹੈ ਕੋਈ ਪੁੱਛਣ ਵਾਲਾ? ਨਹੀਂ। ਉਹਨਾਂ ਦੇ ਲੇਖੇ ਗੁਰੂ ਨਾਨਕ ਪਾਤਸ਼ਾਹ ਨੇ ਪਾੜ ਦਿੱਤੇ, ਜਿਨ੍ਹਾਂ ਦਾ ਮਨ ਸਬਰ ਸੰਤੋਖ ਨਾਲ ਰੱਜਿਆ ਹੋਇਆ ਏ। ਭੋਜਨ ਉਤਮ ਹਮ
ਹਮ ਕੀਆ ਸੰਤਨ ਪ੍ਰਸਾਦ। ਅਸੀਂ ਤੇ ਉੱਤਮ ਭੋਜਨ ਕਰ ਲਿਆ ਰਾਜਨ। ਭੋਜਨ ਉੱਤਮ ਹਮ ਕੀਆ ਸੰਤਨ ਪ੍ਰਸਾਦ। ਕਿਹੜਾ ਭੋਜਨ? ਸੰਤਨ। ਸੰਤ ਨਹੀਂ ਗਿਆ, ਸੰਤਨ। ਬਹੁ ਬਚਨ ਹੋ ਗਿਆ, ਬਹੁਤ ਸਾਰੇ ਸੰਤ ਹੋ ਗਿਆ ਨਾ। ਬਹੁ ਬਚਨ ਦਾ ਤੇ ਭਾਵ ਹੀ ਹੈ ਨਾ। ਇੱਕ ਹੋ ਗਿਆ ਸੰਤ, ਜੇ ਸੰਤਨ ਆ ਗਿਆ ਬਹੁਤ ਜ਼ਿਆਦਾ। ਫਿਰ ਗੁਰਬਾਣੀ ਅਰਥ ਕੀ ਕਰਦੀ ਹੈ? ਸੰਤਨ ਦਾ ਅਰਥ ਹੈ ਗੁਰਮੁਖ ਰੂਹਾਂ, ਜਿਨ੍ਹਾਂ ਦਾ ਅੰਦਰ ਸ਼ਾਂਤ ਹੋ ਗਿਆ। ਸਤਿਗੁਰ ਕਹਿੰਦੇ ਜਦੋਂ ਸਾਨੂੰ ਸੰਤਾਂ ਦਾ ਪ੍ਰਸਾਦ, ਉਹਨਾਂ ਦੀ ਕਿਰਪਾ ਮਿਲ ਗਈ ਨਾ, ਸਾਨੂੰ ਇਸ ਨਾਮ ਦੇ ਭੋਜਨ ਨੇ ਰਜਾਤਾ, ਅੰਦਰ ਤ੍ਰਿਪਤ ਹੋ ਗਏ। ਉਹ ਕਿਹੜਾ ਭੋਜਨ ਹੈ? ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंचै, नित नित होए उधारो। जिने ये छक लिया, जो ये ना पुंचा रज गया, कहते सदा आनंदित है। घर दी रोटी खा लो, एक बार खा के भावे शाम तक ना मिले, प्रवाह कोई नहीं। सफर विच बाजार दी चीजां खाई जाओ, किते कुछ लैके खा लिया, किते कुछ खा लिया, तृप्ति नहीं ना होंदी। 10 बार खा के भी बंदा फेर कहता भुख लगी, तसल्ली नहीं हुई। नाम दा भोजन जिन्हां ने चख लिया, ਉਹ ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦੇ, ਥਾਂ ਥਾਂ ਮੱਥੇ ਨਹੀਂ ਟੇਕਦੇ, ਥਾਂ ਥਾਂ ਰੱਬ ਨਹੀਂ ਬਣਾਉਂਦੇ। ਉਹ ਇੱਕ ਨਾਮ ਦੇ ਸਹਾਰੇ ਜਿਉਂਦੇ ਨੇ, ਉਹਨਾਂ ਨੂੰ ਫਰਕ ਹੀ ਨਹੀਂ ਕੋਈ ਪੈਂਦਾ ਕਿਸੇ ਦਾ। ਕੌਣ ਟੁੱਟਿਆ ਕੌਣ ਜੁੜਿਆ, ਉਹ ਆਪਣੇ ਆਨੰਦ ਚ ਰਹਿੰਦੇ ਆ। ਸਤਿਗੁਰ ਕਹਿੰਦੇ ਉਹ ਬੇਪਰਵਾਹ ਹੋ ਗਏ। ਉਹ ਕਹਿੰਦੇ ਐਸਾ ਭੋਜਨ ਸਾਨੂੰ ਉਸ ਪਰਮਾਤਮਾ ਨੇ ਬਖਸ਼ਿਆ, ਜਿਸ ਕਰਕੇ ਭੁੱਖ ਲੱਗਦੀ ਕੋਈ ਨਹੀਂ। ਜਲ ਸੀਤਲ ਸਤ ਕਾ ਪੀਆ, ਹਿਰਦੇ ਮੇ ਸ਼ਾਂਤ। ਭਾਈ ਅਸੀਂ ਤੇ ਸੱਤ ਦਾ ਪਾਣੀ ਪੀਤਾ ਹੋਇਆ। ਜਲ, ਜਲ ਕਿਹੜਾ? ਸੱਚ ਦਾ। ਭੋਜਨ ਨਾਮ ਦਾ। ਹੁਣ ਜੇ ਰੋਟੀ ਖਾ ਕੇ ਰੱਜ ਕੇ ਪਾਣੀ ਪੀ ਲਈਏ ਤੇ ਤ੍ਰਿਪਤੀ ਹੁੰਦੀ ਹੈ। ਹੁਣ ਅੱਜ ਕੱਲ ਕਹਿੰਦੇ ਆ ਜੀ ਰੋਟੀ ਨਾਲ ਪਾਣੀ ਨਹੀਂ ਪੀਣਾ ਚਾਹੀਦਾ। ਗੁਰੂ ਦੀ ਮੰਨੀਏ ਜਾਂ ਇਹਨਾਂ ਲੋਕਾਂ ਦੀ ਮੰਨੀਏ, ਸਤਿਗੁਰ ਤੇ ਕਹਿੰਦੇ ਆ ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕੱਲਾ ਪਾਣੀ ਤੋਂ ਬਗੈਰ ਰੋਟੀ ਖਾਈ ਚਲੋ ਤ੍ਰਿਪਤੀ ਨਹੀਂ ਆਊਗੀ। ਰੋਟੀ ਖਾ ਲਈ ਫਿਰ ਜੀ ਕਰਦਾ ਕੁਝ ਖਾ ਲਈਏ, ਹੁਣ ਪਾਣੀ ਪੀ ਲਈਏ, ਹੁਣ ਚਾਹ ਪੀ ਲਈਏ, ਹੁਣ ਫਿਰ ਹਲਕਾ ਫੁਲਕਾ ਕੁਝ ਖਾਧਾ ਜਾਏ। ਪਰ ਜਿਨ੍ਹਾਂ ਨੇ ਰੋਟੀ ਖਾ ਕੇ ਪਾਣੀ ਪੀ ਲਿਆ, ਉਹ ਕਹਿੰਦੇ ਹੁਣ ਸਾਨੂੰ ਛੇੜੋ ਨਾ, ਕੰਮ ਜਿੰਨਾ ਮਰਜ਼ੀ ਕਰਾ ਲਓ, ਸ਼ਾਮੀ ਟੁੱਟ ਕੇ ਡਿੱਗਾਂਗੇ, ਫਿਰ ਰੋਟੀ ਖਾਵਾਂਗੇ, ਫਿਰ ਰਚਾਂਗੇ। ਮਰਦ ਕਹਿੰਦੇ ਅਸੀਂ ਭੋਜਨ ਨਾਮ ਦਾ ਛਕਿਆ ਤੇ ਨਾਲ ਪਾਣੀ ਪੀਤਾ, ਸੱਚੇ ਦਾ, ਸੱਚ ਦਾ। ਹੁਣ ਨਾਮ ਅਤੇ ਸੱਚ ਦੋ ਚੀਜ਼ਾਂ ਇਕੱਠੀਆਂ ਨੇ, ਅਲੱਗ-ਅਲੱਗ ਨਹੀਂ ਕੀਤੀਆਂ ਜਾ ਸਕਦੀਆਂ। ਨਾਮ ਸੱਚ ਹੈ ਤੇ ਸੱਚ ਹੀ ਨਾਮ ਹੈ। ਬੁਰਕੀ ਲੰਘਦੀ ਪਾਣੀ ਨਾਲ ਲੰਘਦਾ ਹੈ। ਇਹਦੇ ਬੜੇ ਕਾਰਨ ਨੇ, ਸਾਇੰਟੀਫਿਕ ਵੀ ਵੇਖ ਲਓ, ਬੜਾ ਕੁਝ ਸਮਝ ਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਮ ਦਾ ਜਲ ਹੈ ਸਾਡੇ ਕੋਲੇ, ਨਾਮ ਦਾ ਭੋਜਨ ਹੈ, ਸੱਚ ਦਾ ਜਲ ਹੈ। ਦੋ ਚੀਜ਼ਾਂ ਅਸੀਂ ਕੋਲ ਰੱਖ ਲਈਆਂ, ਰੱਜ ਗਏ ਆ, ਤ੍ਰਿਪਤੀ ਹੋ ਗਈ। ਕਈ ਵਾਰ ਜਦੋਂ ਬੰਦਾ ਤ੍ਰਿਪਤ ਹੁੰਦਾ ਨਾ, ਭੋਜਨ ਛਕ ਕੇ, ਭਾਵੇਂ ਲੱਸੀ ਪੀ ਲਵੇ ਨਾਲ, ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ ਕੇ ਉੱਠ ਕੇ ਕੀ ਕਹਿੰਦਾ ਹੈ? ਕਹਿੰਦਾ ਬਾਈ ਮੇਰੀ ਤਾਂ ਦੁਪਹਿਰ ਦੀ ਰੋਟੀ ਨਾ ਬਣਾਇਓ ਹੁਣ। ਕਿਉਂ? ਤਸੱਲੀ ਹੈ, ਰੱਜਿਆ ਹੋਇਆ ਨਾ। ਇੱਕ ਸਾਡੇ ਵਰਗਾ 2 ਪਰੌਂਠੇ ਹੁਣ ਖਾ ਲਏ, 11 ਵਜੇ ਫੇਰ ਦੇਖਦਾ, ਕਹਿੰਦਾ ਚਲੋ ਮੈਗੀ ਮੂਗੀ ਬਣਾ ਲਈਏ ਮਾੜੀ ਮੋਟੀ। ਦੁਪਹਿਰੇ ਜੇ ਫੇਰ ਆਉਂਦਾ ਚੁੱਲ੍ਹੇ ਕੋਲੇ ਗੇੜਾ ਜਾ ਮਾਰਨ ਵੀ ਕੁਝ ਬਣਿਆ ਸਵਾਦ ਦਾ। ਸ਼ਾਮ ਨੂੰ 5 ਵਜੇ ਫੇਰ ਚਾਹ ਵਾਲੇ ਪਾਸੇ, 8 ਵਜੇ ਫੇਰ ਘੁੰਮਦਾ ਫਿਰਦਾ ਹੈ ਵੀ ਅੱਜ ਜੇ ਪਨੀਰ ਭੁਰਜੀ ਬਣਾ ਲਓ। ਸਬਰ ਨਹੀਂ ਨਾ ਆਇਆ, ਕਿਉਂਕਿ ਰੱਜਿਆ ਨਹੀਂ। ਜਿਹਦਾ ਅੰਦਰ ਰੱਜ ਗਿਆ, 2 ਫੁਲਕੇ ਖਾ ਕੇ ਸਾਰਾ ਦਿਨ ਰਸੋਈ ਵੱਲ ਨਹੀਂ ਵੇਖਦਾ। ਜਿਹਦਾ ਅੰਦਰ ਨਹੀਂ ਰੱਜਿਆ, ਉਹਨੂੰ ਕੜਾਈਆਂ ਭਰ ਕੇ ਖਵਾ ਦਿਓ, ਫੇਰ ਵੇਖਦਾ, ਕਹਿੰਦਾ ਜੇ ਤੁਹਾਡੀ ਸਬਜ਼ੀ ਤੁਸੀਂ ਨਹੀਂ ਖਾਣੀ ਮੈਂ ਖਾ ਲਾਂ। ਇਹ ਕਿਹਦੀ ਵਰਤੀ ਹੈ? ਲਾਲਚੀ ਬੰਦੇ ਦੀ, ਬੇਸਬਰੇ ਬੰਦੇ ਦੀ। ਉਹ ਦੂਜੇ ਦੀ ਥਾਲ ਚੋਂ ਵੀ ਕੱਢਣ ਨੂੰ ਫਿਰਦਾ ਵੀ ਇੱਥੋਂ ਮਿਲ। ਗੁਰੂ ਬਾਬਾ ਜੀ ਕਹਿੰਦੇ ਨਾਮ ਦਾ ਭੋਜਨ ਛਕ ਲਿਆ ਏ, ਜਲ ਅਸੀਂ ਛਕ ਲਿਆ ਭਾਈ ਸੱਚ ਦਾ, ਇਸ ਕਰਕੇ ਬਿਲਕੁਲ ਤ੍ਰਿਪਤਾਂ, ਸੰਤੋਖ ਹੈ, ਲੋੜ ਨਹੀਂ। ਇਹ ਤੇ ਉਪਦੇਸ਼ ਸੀ, ਪਰ ਭਾਈ ਮਰਦਾਨੇ ਨੂੰ ਖਿੱਚ ਚੜ੍ਹਦੀ ਆ ਵੀ ਹੁਣ ਤੇ ਪਾਣੀ ਵੀ ਕੱਲ ਦਾ ਨਹੀਂ ਮਿਲਿਆ, ਰੋਟੀ ਵੀ 3 ਦਿਨਾਂ ਤੋਂ ਨਸੀਬ ਨਹੀਂ ਹੋਈ। ਜੋ ਮਿੰਤਾਂ ਤਰਲੇ ਕਰਦਾ, ਬਾਬਾ ਜੀ ਤੁਹਾਡਾ ਕੀ ਜ਼ੋਰ ਲੱਗਦਾ ਹੈ? ਤੁਸੀਂ ਉਹਨੂੰ ਪੱਟੀ ਪੜਾ ਰਹੇ ਹੋ ਵੀ ਸਾਨੂੰ ਰੋਟੀ ਪਾਣੀ ਦੀ ਜ਼ਰੂਰਤ ਕੋਈ ਨਹੀਂ। ਵਸਤਰ ਬ੍ਰਹਮ ਪਛਾਣਿਆ, ਕਾਇਆ ਕੇ ਸੰਗ। ਭਾਈ ਅਸੀਂ ਆਪਣੀ ਕਾਇਆ ਤੇ ਵਸਤਰ ਪਾਏ ਹੋਏ ਨੇ, ਕਿਹੜੇ? ਬ੍ਰਹਮ ਦੀ ਪਛਾਣ।
ਰੱਬ ਦੀ ਪਛਾਣ। ਤੇ ਜਿੱਦਣ ਤੁਹਾਨੂੰ ਬੇਗਾਨਿਆਂ 'ਚ ਰੱਬ ਦਿਸ ਗਿਆ ਨਾ, ਫਿਰ ਪਰਾਇਆ ਰੂਪ ਨਹੀਂ ਲੱਗਣਾ। ਅੱਖ ਸ਼ਰਮ ਕਿ ਨੀਵੀਂ ਆ ਜੂਗੀ। ਜਿਸ ਦਿਨ ਨਜ਼ਰਾਂ ਦੇ ਵਿੱਚ ਬ੍ਰਹਮ ਵਸ ਗਿਆ ਨਾ, ਉਸ ਦਿਨ ਕਿਸੇ ਦਾ ਸਰੂਪ, ਕਿਸੇ ਦਾ ਰੂਪ, ਕਿਸੇ ਦਾ ਜਿਸਮ, ਕਿਸੇ ਦੇ ਔਗਣ ਨਜ਼ਰ ਨਹੀਂ ਆਉਣਗੇ। ਮਹਾਰਾਜ ਕਹਿੰਦੇ ਆਹ ਬਸਤਰ ਸਾਡੇ ਕੋਲ ਬ੍ਰਹਮ ਦੇ ਨੇ, ਜਿਨ੍ਹਾਂ ਨੇ ਬ੍ਰਹਮ ਦੇ ਕੱਪੜੇ ਪਾ ਲਏ, ਬ੍ਰਹਮ ਦਾ ਬਸਤਰ ਪਾ ਲਿਆ। ਇਹ ਅਵਸਥਾਵਾਂ ਨੇ। ਉਹਨਾਂ ਲਈ ਨਾ ਕੋਈ ਚੰਗਾ ਹੁੰਦਾ, ਨਾ ਕੋਈ ਬੁਰਾ ਹੁੰਦਾ, ਨਾ ਕੋਈ ਮੈਲਾ ਹੁੰਦਾ, ਨਾ ਕੋਈ ਸਵੱਛ ਹੁੰਦਾ। ਆਖੋ ਸਤਨਾਮ, ਸਭ ਗੋਬਿੰਦ ਹੈ, ਸਾਰੀ ਜਗੇ ਆ। ਉਹ ਕਿਸੇ ਕਸਾਈ ਦੀ ਨਿੰਦਿਆ ਨਹੀਂ ਕਰਦੇ, ਕਿਸੇ ਮੰਦਿਰ ਦੇ ਪੁਜਾਰੀ ਦੀ ਸਿਫਤ ਨਹੀਂ ਕਰਦੇ। ਕਹਿੰਦੇ ਉੱਥੇ ਵੀ ਰੱਬ ਵਰਤਦਾ, ਉੱਥੇ ਵੀ ਰੱਬ ਵਰਤਦਾ। ਨਜ਼ਰੀਆ ਨਾ। ਮਹਾਰਾਜ ਕਹਿੰਦੇ ਬ੍ਰਹਮ ਦੇ ਬਸਤਰ ਰਾਜਨ ਅਸੀਂ ਪਾਏ ਨੇ। ਤੇਰਿਆਂ ਕੱਪੜਿਆਂ ਦੇ ਰੰਗ ਫੇਡ ਹੋ ਸਕਦੇ ਆ, ਫਿੱਕੇ ਪੈ ਸਕਦੇ ਆ, ਪਰ ਇਸ ਬਸਤਰ ਦਾ ਰੰਗ ਧੋਤਿਆਂ ਲੱਥਦਾ ਨਹੀਂ। 184 ਇੱਕ ਹੈ ਹੋਏ ਨਿਰਭੰਗ। ਭਾਈ 184 ਏਕ ਹੈ ਹੋਏ ਨਿਰਭੰਗ। ਕਹਿੰਦੇ ਜਿਹੜੇ ਭੰਗ ਡਰ ਤੋਂ ਰਹਿਤ ਹੋ ਗਏ, ਉਹ 184 ਤੋਂ ਬਚ ਗਏ ਨੇ। ਉਹਨਾਂ ਨੂੰ 84 ਦਾ ਗੇੜਾ ਨਹੀਂ ਸਤਾਉਂਦਾ। ਉਹ ਜੰਮਦੇ ਮਰਦੇ ਨਹੀਂ, ਜਿਉਂਦੇ ਮੁਕਤ ਨੇ, ਬੇਪਰਵਾਹ ਹਨ, ਨਿਡਰ ਹਨ। ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਮਦਰ ਬੈਨ ਦੇ ਅੰਦਰ ਖਿੱਚ ਪੈ ਗਈ ਵੀ ਸਾਰੀ ਜ਼ਿੰਦਗੀ ਮੈਂ ਧਰਮੀ ਹੋ ਕੇ ਧਰਮ ਕਮਾਇਆ, ਪਰ ਇਹ ਤੇ ਸਮਝਾਇਆ ਹੀ ਨਹੀਂ ਕਿਸੇ ਨੇ। ਸਭ ਇਹੀ ਕਹਿੰਦੇ ਨੇ ਨਾਰੀਅਲ ਲਿਆ, ਟੱਲੀਆਂ ਖੜਗਾ ਲਾ, ਟਿੱਕਾ ਲਾ ਲਾ, ਇਸ ਵੇਲੇ ਮੰਤਰ ਪੜ ਲਾ, ਹਵਨ ਕਰਾ ਲਾ। ਠੀਕ ਹੈ, ਕਿਸੇ ਦੇ ਧਰਮ ਦਾ ਮੁਬਾਰਕ ਹੈ, ਪਰ ਰਾਜਾ ਮਦਰ ਬੈਨ ਉਸੇ ਧਰਮ ਦਾ ਬੰਦਾ ਆਏ। ਉਹਨੂੰ ਸਮਝ ਆਈ ਵੀ ਇਹਨਾਂ ਗੱਲਾਂ ਵਿੱਚ ਮੈਨੂੰ ਕਿਤੇ ਰੱਬ ਤੇ ਦਿਸਿਆ ਹੀ ਨਹੀਂ। ਆ ਜਿਹੜੇ ਕਾਰੋ ਵਿਹਾਰ ਜੇ ਕਰੀ ਫਿਰਦੇ ਆਂ ਅਸੀਂ ਵੀ ਅੱਜ ਮੰਗਲਵਾਰ ਹੈ, ਫਲਾਣੇ ਨੂੰ ਮੱਥਾ ਟੇਕ ਦਿਓ, ਅੱਜ ਵੀਰਵਾਰ ਹੈ, ਇਹੋ ਜਿਹੇ ਰੰਗ ਦੇ ਚੌਲ ਖਾ ਲਓ, ਕਿਰਪਾ ਹੋ ਜੂਗੀ। ਇਹਨਾਂ ਨਾਲ ਰੱਬ ਦਾ ਕੀ ਲੈਣ ਦੇਣਾ? ਇਹ ਜਿਹੜੇ ਆੜ ਜਗਾੜ ਜੇ ਬੰਦਾ ਕਰੀ ਫਿਰਦਾ, ਜਿਨ੍ਹਾਂ 'ਚ ਆਪ ਵੀ ਉਲਝਿਆ, ਉਲਝਾਉਣ ਵਾਲੇ ਨੂੰ ਇੰਨਾ ਪਤਾ ਵੀ ਮੈਂ ਸਭ ਦਾ ਬੇਵਕੂਫ ਬਣਾਉਣ ਲੱਗਾ ਹੋਇਆ। ਲੋਕ ਬੇਅਕਲ ਨੇ, ਪਰ ਲੋਕ ਖੁਸ਼ ਨੇ। ਕਿਉਂ? ਕਿਉਂਕਿ ਦੁਨੀਆ ਡਰੀ ਹੋਈ ਹੈ, ਜ਼ਮਾਨਾ ਭੈ ਵਿੱਚ ਹੈ, ਲੋਕ ਡਰ ਵਿੱਚ ਨੇ ਵੀ ਅੱਜ ਸ਼ਨੀਵਾਰ ਆ, ਤੇਲ ਨਾ ਚੜਾਇਆ, ਸ਼ਾਇਦ ਕਿਤੇ ਸ਼ਨੀ ਦੇਵਤਾ ਨੂੰ ਤਾਂ ਮਾਰ ਦੂ। ਅਮਰੀਕਾ ਵਾਲਿਆਂ ਨੂੰ ਤੇ ਸਰਚ ਕਰਕੇ ਵੀ ਸ਼ਨੀ ਨਹੀਂ ਲੱਭਿਆ, ਤੇ ਸਾਡੇ ਵਾਲੇ ਡਰਦੇ ਫਿਰਦੇ ਆ। ਡਰ ਹੀ ਐਸਾ ਏ ਜਿਹੜਾ ਬੰਦੇ ਨੂੰ ਹਰ ਵੇਲੇ ਡਰਾਉਂਦਾ, ਤੇਰਾ ਇਹ ਨੁਕਸਾਨ ਹੋ ਜੇ ਫਿਰ ਤੂੰ ਮਰ ਜਾਏਗਾ। ਉਹ ਕਹਿੰਦਾ ਮੈਂ ਨਹੀਂ ਯਾਰ ਮਰਨਾ, ਮੈਂ ਆ ਚੜਾਇਆਉਂਗਾ। ਗੁਰੂ ਸਾਹਿਬ ਕਹਿੰਦੇ 84 ਲੱਖ ਦਾ ਸਾਨੂੰ ਡਰ ਕੋਈ ਨਹੀਂ, ਭੈ ਕੋਈ ਨਹੀਂ, ਭਰਮ ਕੋਈ ਨਹੀਂ। ਕਿਉਂਕਿ ਜਿਹਦੇ ਅੰਦਰ ਭਰਮ ਆ ਨਾ, ਜੋ ਸੁਖੀ ਹੋਣ ਵਾਸਤੇ ਤੁਰਿਆ ਫਿਰਦਾ ਵੀ ਐ ਮੇਰੇ ਤੇ ਫੂਕ ਮਾਰ ਦੇ, ਮੈਂ ਸੁਖੀ ਹੋ ਜਾ, ਮੇਰਾ ਕੰਮ ਨਾ ਖਰਾਬ ਹੋਵੇ, ਮੇਰਾ ਇੱਥੇ ਨੁਕਸਾਨ ਨਾ ਹੋਵੇ। ਬਾਬਾ ਜੀ ਬਚਨ ਕਰ ਦਿਓ, ਲੈ ਪੈਨ ਤੇ ਮੰਤਰ ਪੜ੍ਹ ਦਿਓ ਜੀ। ਕੋਈ ਸਾਡੀ ਕੁੜੀ ਅੱਜ ਪੇਪਰ ਦੇਣ ਚੱਲੀ, ਪਾਸ ਹੋ ਜੂਗੀ। ਵੀ ਬਾਬਾ ਤਾਂ ਵਿਚਾਰਾ ਆਪਣੀ 5ਵੀਂ ਟੱਪਿਆ। ਆਖੋ ਸਤਨਾਮ। ਇਹ ਮੈਂ ਪੈਨ ਨਾਲ ਕਿਹੜਾ ਵੀ ਕਰਾ ਦੂੰਗਾ? ਕਿੱਥੇ ਖੜੀ ਦੁਨੀਆ? ਕਿਹੜੇ ਭਰਮਾਂ 'ਚ ਤੁਰੀ ਫਿਰਦੇ ਹੋ? ਪਰ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਉਸ ਪਰਮਾਤਮਾ ਨੇ ਸਾਨੂੰ 84 ਲੱਖ ਜੂਨ ਤੋਂ ਬਚਾਇਆ, ਸਾਨੂੰ ਡਰ ਹੀ ਨਹੀਂ ਲੱਗਦਾ। ਡਰ ਖਤਮ ਹੈ। ਦੁਨੀਆ ਡਰਦੀ ਹੈ। ਲੋਕੀ ਕਹਿੰਦੇ ਦੇਖੀ ਰੱਬਾ 84 ਲੱਖ ਤੋਂ ਬਚਾ ਲੈ, 84 ਲੱਖ ਤੋਂ ਬਚਾ ਲਾ, ਵੇਖੀ ਕਿਤੇ ਮੈਂ ਟੇਢੀਆਂ ਜੂਨਾਂ 'ਚ ਨਾ ਪੈ ਜਾ। ਪਰ ਬੰਦਗੀ ਵਾਲੇ ਪਤਾ ਕੀ ਕਹਿੰਦੇ ਆ? ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਧੇ। ਹਮ ਕਾਹੂ ਕੀ ਕਾੜ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਹਿੰਦੇ ਮੇਰੇ ਤੇ ਮੇਰੇ ਗੁਰੂ ਦੀ ਐਡੀ ਵੱਡੀ ਕਿਰਪਾ, ਮੈਨੂੰ ਨਰਕ ਦਾ ਡਰ ਨਹੀਂ ਤੇ ਸਵਰਗ ਦੀ ਆਸ ਨਹੀਂ। ਤੇ ਜਿਹੜਾ ਪੈਰਲਲ ਹੋ ਗਿਆ ਨਾ, ਦੋਨਾਂ ਤੋਂ ਬਚ ਗਿਆ। ਹੁਣ ਸਾਨੂੰ ਡਰ ਵੀ ਬਹੁਤ ਲੱਗਦਾ ਹੈ, ਬੜਾ ਡਰ ਲੱਗਿਆ ਹੋਇਆ ਹੈ ਵੀ ਬੁੱਢੇ ਹੋ ਗਏ, ਚਿੱਟੀਆਂ ਦਾੜੀਆਂ ਹੋ ਗਈਆਂ, ਵਾਲ ਚਿੱਟੇ ਹੋਈ ਜਾਂਦੇ ਆ, ਕਿੱਧਰ ਨੂੰ ਜਾਈਏ, ਕਿਤੇ ਮਾਰੀ ਨਾ ਜਾਈਏ। ਪਹਿਲਾਂ ਲੋਕਾਂ ਦਾ ਡਰ ਵੀ ਲੋਕ ਕਹਿਣ ਬੁੜਾ ਹੋ ਗਿਆ। ਇਹਦੀ ਕਿਰਪਾ ਰੱਬ ਦੀ। ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਹ ਨਸੀਬ ਹੋਇਆ। ਬੜੇ ਆਏ ਇਸੇ ਦੁਨੀਆ ਤੇ ਜਿਨ੍ਹਾਂ ਨੂੰ ਜਵਾਨੀ ਤੋਂ ਬਾਅਦ ਬੁਢਾਪਾ ਨਸੀਬ ਹੀ ਨਹੀਂ ਹੋਇਆ। ਕਰਮ ਵਾਲੇ ਹੋ ਨਾ ਫਿਰ, ਜਿਨ੍ਹਾਂ ਨੂੰ ਆ ਚਿੱਟੇ ਕੇਸ ਰੱਬ ਦੇ, ਕਾਲੀ ਹੋਈ ਫੁੱਲ ਧੌਲੇ ਆਏ। ਮਰਦ ਕਹਿੰਦੇ ਕਾਲਿਆਂ ਤੋਂ ਭਾਈ ਬੱਗੇ ਆ ਗਏ। ਯਾਰ ਰੱਬ ਦਾ ਸ਼ੁਕਰ ਕਰਿਆ ਕਰ, ਸ਼ੁਕਰ ਵੀ ਇੰਨਾ ਕਰੀ। ਦਾਤਾ ਬੜਾ ਕੁਝ ਜ਼ਿੰਦਗੀ 'ਚ ਵੇਖ ਲਿਆ, ਸਭ ਕੁਝ ਤੇਰੀਆਂ ਦਾਤਾਂ ਨੇ, ਤੇਰੀਆਂ ਰਹਿਮਤਾਂ ਨੇ। ਹਰ ਵੇਲੇ ਉਹਦਾ ਸ਼ੁਕਰ ਕਰਕੇ ਸੋਇਆ ਕਰ। ਪਰ ਤੂੰ ਕਦੇ ਉਹਦਾ ਸ਼ੁਕਰ ਹੀ ਨਹੀਂ ਕੀਤਾ। ਤੂੰ ਡਰਦਾ ਫਿਰਦਾ, ਮੈਂ ਆਹ ਦਾਨ ਕਰਦੇ ਆ, ਪੁੰਨ ਕਰਦੇ ਆ, ਸ਼ਾਇਦ 84 ਲੱਖ ਤੋਂ ਬਚ ਜਾਵਾਂ। ਸਿੱਖੀ ਦਾ ਸਿਧਾਂਤ ਕਹਿੰਦਾ ਤੇਰਾ 84 ਵਿਗਾੜ ਹੀ ਕੁਝ ਨਹੀਂ ਸਕਦੀ। ਵਾਹਿਗੁਰੂ ਜਿੱਥੇ ਰੱਖੀ
ਆਪਣੇ ਚਰਨਾਂ 'ਚ ਰੱਖੀ, ਭਾਵੇਂ ਕਿਸੇ ਜੂਨ 'ਚ ਵੀ ਰੱਖ ਲਈਆਂ। ਆਖੋ ਸਤਨਾਮ। ਡਰ ਕਾਹਦਾ? ਜਦੋਂ ਕਹਿੰਦਾ ਤੂੰ ਮੇਰੇ ਨਾਲ ਹੈ, ਜਿਹਦਾ ਰਾਖਾ ਉਹ ਹੋਵੇ, ਉਹ ਟੇਢੀਆਂ ਜੂਨਾਂ ਵਿੱਚੋਂ ਵੀ ਬਾਹ ਫੜ ਕੇ ਜਗਾ ਲੈਂਦਾ। ਚਲੋ ਚੱਲੀਏ। ਕਿੰਨਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਅੱਗੇ ਜਾ ਕੇ ਤਾਰਨਾ। ਕੋਈ ਸ਼ੇਰ ਦੀ ਜੂਨੇ ਪਿਆ, ਕੋਈ ਬਘਿਆੜ ਦੀ ਜੂਨੇ ਪਿਆ, ਤੇ ਰੱਬ ਨੇ ਬਚਾ ਲਈ ਨਾ। ਫਿਰ ਜੀ ਆਪਣੇ ਸੀ, ਆਪਣੇ ਬਣਾ ਕੇ ਕੱਢ ਲਏ। ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਪਰ ਸਤਿਗੁਰ ਕਹਿੰਦੇ ਉਹ ਵਿਰਲੇ ਨੇ ਜਿਹੜੇ ਜੱਗ ਚੋਂ ਉੱਤਮ ਬਣਾ ਕੇ ਕੱਢੇ ਜਾਂਦੇ ਆ। ਉੱਤਮ ਹੁੰਦੇ ਕਦੋਂ ਆ? ਜਦੋਂ ਕਹਿੰਦੇ ਨਾਮ ਦਾ ਭੋਜਨ ਛਕਿਆ ਤੇ ਸੱਚ ਦਾ ਜਲ ਛਕਿਆ, ਤੇ ਛਕਣ ਵਾਲਾ ਰੱਜਿਆ, ਉਹਨੂੰ ਕੋਈ ਡਰ ਹੀ ਨਹੀਂ ਹੈ। ਰੋਟੀ ਖਾਣ ਤੋਂ ਬਾਅਦ ਕੋਈ ਡਰ ਹੁੰਦਾ? ਭੁੱਖੇ ਬੰਦੇ ਨੂੰ ਡਰ ਹੈ ਵੀ ਜੇ ਰੋਟੀ ਨਾ ਮਿਲੇ ਟਾਈਮ ਲੰਘ ਜੂ। ਰਾਤ ਦੇ 10 ਵਜੇ ਕੇ ਜੇ ਘਰੇ ਰੋਟੀ ਨਾ ਖਾਧੀ, ਬਾਹਰ ਢਾਬੇ ਬੰਦ ਹੋ ਜਾਣੇ ਆ, ਆਨਲਾਈਨ ਸਿਸਟਮ ਬੰਦ ਹੋ ਜਾਣਾ, 1-2 ਵਜੇ ਕੌਣ ਆਊ? ਡਰ ਹੈ ਨਾ। ਰੱਜੇ ਹੋਏ ਨੂੰ ਕੋਈ ਡਰ ਹੈ? ਉਹ ਕਹਿੰਦਾ ਬਾਜ਼ਾਰ ਹੁਣ ਛੱਡ, ਭਾਵੇਂ 7 ਵਜੇ ਬੰਦ ਹੋ ਜਾ, ਸਾਨੂੰ ਕੀ ਹੈ? ਰੱਜਿਆ ਨਾ। ਜਿਹੜਾ ਨਾਮ ਨਾਲ ਰੱਜਿਆ ਹੋਇਆ, ਬੰਦਗੀ ਨਾਲ ਰੱਜਿਆ, ਉਹਨੂੰ ਜੰਮਣ ਮਰਨ ਦਾ ਹੀ ਡਰ ਕੋਈ ਨਹੀਂ। ਕੋਈ ਡਰ ਨਹੀਂ, ਕਿਉਂਕਿ ਗੁਰੂ ਦੀ ਕਿਰਪਾ ਦੇ ਵਿੱਚ ਜਿਉਂਦਾ ਏ, ਸਤਿਗੁਰ ਦੇ ਸ਼ੁਕਰਾਨੇ ਵਿੱਚ ਸਮਾਂ ਬਸਰ ਕਰਦਾ ਏ। ਨਾਨਕ ਕਹੇ ਰਾਜਿੰਦਰ ਸੁਣ, ਸਭ ਝੂਠ ਪਸਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਨਕ ਕਹੇ ਰਾਜਿੰਦਰ ਸੁਣ, ਸਭ ਝੂਠ ਪਸਾਰਾ। ਰਾਜੇ ਮਦਰ ਬੈਨ ਨੂੰ ਸਤਿਗੁਰ ਰਜਿੰਦਰ ਸ਼ਬਦ ਕਹਿੰਦੇ। ਰਜਿੰਦਰ ਤੋਂ ਭਾਵ ਕੀ ਹੈ? ਰਾਜ ਇੰਦਰ। ਜੋ ਇੰਦਰ ਵਰਗਾ ਰਾਜ ਕਰੇ, ਜਿਹਦਾ ਰਾਜ ਵੱਡਾ ਹੋਵੇ, ਜਿਹਦੇ ਰਾਜ ਖੁਫੀਆ ਹੋਣ, ਉਹਨੂੰ ਕਹਿੰਦੇ ਰਜਿੰਦਰ। ਸਤਿਗੁਰ ਕਹਿੰਦੇ ਤੂੰ ਤੱਥ ਸੁਣ ਲੈ, ਨਾਮ ਦੀ ਗੱਲ ਸੁਣ ਲੈ, ਛੱਡ ਦੁਨੀਆ ਦਾ ਖਹਿੜਾ, ਇੱਥੇ ਤੇਰਾ ਕੋਈ ਨਹੀਂ ਹੈ। ਛੱਡ ਦੇ ਪ੍ਰਵਾਹ ਜਗਦੀ ਏ ਤੇ ਝੂਠ ਪਸਾਰਾ ਏ। ਰਾਜਨ, ਜਿਸ ਰਾਜ ਦੀਆਂ ਗੱਲਾਂ ਕਰਦਾ, ਜਿਹੜੇ ਮਹਿਲਾਂ ਦੀਆਂ ਗੱਲਾਂ ਕਰਦਾ, ਕਿੰਨੇ ਇਹਨਾਂ ਮਹਿਲਾਂ ਵਿੱਚ ਆਏ ਤੇ ਕਿੰਨੇ ਤੁਰ ਗਏ? ਸਦਾ ਕੋਈ ਰਿਹਾ ਇੱਥੇ? ਕਿੰਨਿਆਂ ਨੇ ਕੱਪੜੇ ਪਾਏ, ਕਿੰਨਿਆਂ ਹੰਢਾਏ, ਕਿੰਨੇ ਛੱਡ ਕੇ ਤੁਰ ਗਏ ਨੇ। ਨਾਲ ਕੌਣ ਪਾ ਕੇ ਗਿਆ? ਸਭ ਨੇ ਖਾਲੀ ਜਾਣਾ। ਇੱਕ ਬੰਦਗੀ ਨਾਮ ਤੇ ਸੱਚ ਨੇ ਨਾਲ ਜਾਣਾ। ਰਾਜਨ, ਛੱਡ ਦਿਆ ਜਗ ਦੀਆਂ ਭੁੱਖਾਂ, ਇਹ ਵਾਰ-ਵਾਰ ਲੱਗਦੀਆਂ ਨੇ। ਦ੍ਰਿਸ਼ਟ ਮਾਨ ਸਭ ਬਿਨ ਸਜਾਏ, ਰਹਿ ਏਕੰਕਾਰਾ। ਦ੍ਰਿਸ਼ਟ ਮਾਨ ਸਭ ਬਿਨ ਸਜਾਏ, ਰਹਿ ਏਕੰਕਾਰਾ। ਗੁਰੂ ਸਾਹਿਬ ਕਹਿੰਦੇ ਰਹਿਣਾ ਇੱਕ ਓੰਕਾਰ ਪਰਮਾਤਮਾ ਨੇ ਹੈ। ਜੋ ਦਿਸਦਾ ਇਹਨੇ ਨਾਸ਼ ਹੋ ਜਾਣਾ। ਆਖੋ ਸਤਨਾਮ। ਪੁਰਾਣੇ ਰੁੱਖ ਵੀ ਨਹੀਂ ਰਹਿਣੇ, ਪੁਰਾਣੀਆਂ ਬਿਲਡਿੰਗਾਂ ਨਹੀਂ ਰਹਿਣੀਆਂ, ਨਾ ਪੁਰਾਣੇ ਪਹਾੜ ਰਹਿਣੇ, ਨਾ ਪੁਰਾਣੇ ਮਨੁੱਖ ਰਹਿਣੇ। ਅੱਜ ਤੱਕ ਕਿਸੇ ਨੂੰ ਕੋਈ ਇਹੋ ਜਿਹਾ ਬੰਦਾ ਲੱਭਿਆ ਜੀ ਜਿਹੜਾ ਕਹਿੰਦਾ ਮੈਂ ਸਤਿਯੁਗ ਵੇਲੇ ਦਾ ਜਿਉਣਾ, ਜਰਾ ਅਜੇ ਤੱਕ ਬੁੜਾ ਹੀ ਨਹੀਂ ਹੋਇਆ, ਮੈਂ ਮਰਿਆ ਹੀ ਨਹੀਂ? ਮਿਲਿਆ ਕਿਸੇ ਨੂੰ ਅੱਜ ਤੱਕ? ਅੱਜ ਤੋਂ 150 ਸਾਲ ਪੁਰਾਣਾ ਬੰਦਾ ਨਹੀਂ ਲੱਭਦਾ। ਇਹਦਾ ਮਤਲਬ ਸਭ ਬਿਨਸਨਹਾਰ ਹੈ, ਝੂਠ ਹੈ। ਸਤਿਗੁਰ ਕਹਿੰਦੇ ਛੱਡ ਦੇ ਇਹਦਾ ਖਿਆਲ, ਰੱਬ ਦੇ ਰੰਗਾਂ ਵਿੱਚ ਰਚਿਆ ਰਿਹਾ ਕਰ। ਰਾਜਾ ਕਿਹਨੂੰ ਕਹਿੰਦੇ? ਜਿਹੜਾ ਅੰਦਰੋਂ ਸੁਰਤ ਕਰਕੇ ਰਚਿਆ ਹੋਇਆ ਹੈ। ਬਾਹਰੋਂ ਜਿੰਨਾ ਮਰਜੀ ਰਚੀ ਚਲੋ, ਜੇ ਸੁਰਤ ਪੁਕਾਰ ਪੁਕਾਰ ਕਰਦੀ ਆ ਵੀ ਮਿਲ ਜੇ, ਆ ਵੀ ਮਿਲ ਜੇ, ਤੇ ਤੇਰੇ ਵਰਗਾ ਤੇ ਮਨਾ ਮੰਗਤਾ ਹੀ ਕੋਈ ਨਹੀਂ। ਤੇ ਜਿਹੜਾ ਰਚਿਆ ਨਾ ਜੀ, ਉਹ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਕਦੇ ਨਹੀਂ ਕਹਿੰਦਾ ਮਹਾਰਾਜ ਮੈਨੂੰ ਆ ਪਦਾਰਥ ਦੇ ਦਿਓ, ਮੈਨੂੰ ਟਰੈਕਟਰ ਦੇ ਦਿਓ, ਮੈਨੂੰ ਟਰਾਲੀ ਦੇ ਦਿਓ, ਮੈਨੂੰ ਟਰੱਕ ਦੇ ਦਿਓ। ਕੁਛ ਨਹੀਂ ਮੰਗਦਾ। ਉਹ ਕਹਿੰਦਾ ਪਾਤਸ਼ਾਹ ਜਿੱਥੇ ਵੀ ਰੱਖੀ ਆਪਣੇ ਚਰਨਾਂ ਵਿੱਚ ਰੱਖੀ, ਹਰ ਵੇਲੇ ਮੈਨੂੰ ਤੂੰ ਚੇਤੇ ਆਵੇਂ। ਆਖੋ ਸਤਨਾਮ। ਕੁਛ ਨਹੀਂ ਚਾਹੀਦਾ। ਤੇਰੀਆਂ ਦਿੱਤੀਆਂ ਦਾਤਾਂ ਮੇਰੇ ਕੋਲ ਇੰਨੀਆਂ ਨੇ, ਮੈਂ ਤੇ ਉਹਦਾ ਸ਼ੁਕਰ ਨਹੀਂ ਕਰ ਸਕਦਾ। ਹੋਰ ਕੀ ਮੰਗਾ? ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀ। ਕੀ ਮੰਗਾ? ਇੱਥੇ ਕੁਝ ਸੱਚਾ ਦਿਸਦਾ ਨਹੀਂ, ਨਾਮ ਦੀ ਦਾਤ ਬਖਸ਼ ਦਿਓ। ਤੋਹਰਾ ਸੁਣੇ ਬੈਨ ਮਨ ਦੀਨ ਹੈ, ਬੰਦੇ ਦੋਨੋਂ ਪਾਨ। ਕਹੇ ਕਰੋ ਉਪਦੇਸ਼ ਮੁਝ, ਅਧਿਕਾਰੀ ਸ਼ੁਭ ਜਾਨ। ਬਦਰ ਬੈਨ ਰਾਜੇ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਫਿਰ ਚਰਨ ਨਾ ਛੱਡੇ। ਕਹਿੰਦਾ ਪਾਤਸ਼ਾਹ ਤੁਹਾਡੇ ਇਹਨਾਂ ਬਚਨਾਂ ਨੇ ਮੈਨੂੰ ਦੁਨੀਆ ਵਿਖਾਤੀ ਵੀ ਝੂਠੀ ਹੈ। ਅੱਜ ਸਮਝ ਆਈ ਇਹ ਗੱਲ? ਕਹਿੰਦਾ ਰੋਜੀ ਸੀ ਰਾਜਾ ਵੀ ਦੁਨੀਆ ਝੂਠੀ ਹੈ, ਪਰ ਅੰਦਰ ਰਹਿੰਦਾ ਸੀ ਰਾਜ ਵੱਡਾ ਹੋ ਜੇ, ਰਾਜ ਪਾਗ ਦਾ ਸੈਟਅਪ ਹੋਰ ਵੱਡਾ ਹੋ ਜੇ, ਰਾਜੇ ਮੱਥਾ ਟੇਕਣ। ਕਹਿੰਦਾ ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਅੱਜ ਨਾ ਉਪਦੇਸ਼ ਦੇ ਦਿਓ। ਮੈਂ ਉਪਦੇਸ਼ ਕਮਾਉਣਾ ਚਾਹੁੰਦਾ। ਉਹਨੇ ਮੰਗਿਆ ਉਪਦੇਸ਼, ਐਸਾ ਉਪਦੇਸ਼ ਦਿਓ ਇਸ ਜੱਗ ਝੂਠੇ ਨਾਲੋਂ ਰਹਿੰਦੀ ਖੂੰਦੀ ਪ੍ਰੀਤ ਵੀ ਟੁੱਟ ਜੇ।
ਰੱਬ ਨਾਲ ਪ੍ਰੀਤ ਜੀ ਦੀ ਜੁੜ ਗਈ ਤੇ ਜੱਗ ਨਾਲ ਟੁੱਟ ਗਈ, ਕੀ ਉਹ ਲੋਕਾਂ ਨੂੰ ਭੁਲਾਉਂਦਾ ਨਹੀਂ? ਜੱਗ ਤੋਂ ਪ੍ਰੀਤ ਟੁੱਟੀ ਦਾ ਭਾਵ ਕੀ ਆ? ਵੀ ਉਹ ਪਰਿਵਾਰ ਨਾਲ ਨਹੀਂ ਬੋਲਦਾ? ਨਹੀਂ, ਇਹ ਤੇ ਸਾਰਿਆਂ ਨਾਲ ਫਰਜ਼ ਨਿਭਾਉਂਦਾ ਏ, ਪਰ ਅੰਦਰੋਂ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ। ਚਰਨਾਂ ਤੇ ਲੰਮਾ ਪੈ ਕੇ ਕਹਿੰਦਾ ਮਹਾਰਾਜ ਅੱਜ ਉਪਦੇਸ਼ ਬਖਸ਼ ਦਿਓ, ਮੈਂ ਕਮਾਉਣਾ ਚਾਹੁੰਦਾ ਹਾਂ। ਬਾਰ ਬਾਰ ਬੰਦਤ ਪਦ ਗੁਰੂ ਕੋ, ਬਿਨੈ ਭਨਤ ਬੋਹਿਤ ਕਰਿਓ ਰਕੋ। ਜਦੋਂ ਬੜਾ ਲੰਮਾ ਸਮਾਂ ਰਾਜਾ ਮਿੰਤਾਂ ਤਰਲੇ ਬੇਨਤੀਆਂ ਕਰਦਾ ਰਿਹਾ, ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਤਰਸ ਆਇਆ ਵੀ ਅਧਿਕਾਰੀ ਹੈ, ਮੈਂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਾਹਿਬ ਜੀ ਇਹ ਭਾਂਡਾ ਖਾਲੀ ਹੈ, ਕੁਝ ਗ੍ਰਹਿਣ ਕਰਨਾ ਚਾਹੁੰਦਾ ਏ, ਕਰ ਦਿਓ ਕਿਰਪਾ। ਸਤਿਗੁਰ ਤੁਰਠ ਪਏ ਤੇ ਭਾਈ ਮਰਦਾਨਾ ਖਿੱਚ ਗਿਆ ਵੀ ਲੈ ਹੁਣ ਸ਼ਬਦ ਉਚਾਰਨਗੇ, ਬਾਣੀ ਸੁਣਾਉਣਗੇ, ਆਪਾਂ ਭੁੱਖੇ ਦੇ ਭੁੱਖੇ ਆਖੋ ਸਤਨਾਮ। ਵੀ ਆ ਜਿਹੜਾ ਕਹਿੰਦਾ ਸੀ ਮੈਂ ਰੋਟੀ ਲੈ ਆਉਣਾ, ਕੱਪੜੇ ਲਿਆਉਣਾ, ਇਹ ਵੀ ਗਿਆ, ਉਹੋ ਜਿਹੀ ਹੋ ਜੂਗਾ ਵੀ ਇਹਨਾਂ ਵਰਗਾ, ਇਹਨੂੰ ਵੀ ਭੁੱਖ ਨਹੀਂ ਲੱਗਿਆ ਕਰਨੀ। ਮੁੜ ਕੇ ਕਹਿੰਦੇ ਉਹ ਤੇ ਖਿਜਿਆ ਬੈਠਾ ਵੀ ਬਾਬਾ ਹੁਣ ਮਰਨਾ ਮਨਜ਼ੂਰ ਹੈ, ਜੇ ਅੱਜ ਤੋਂ ਤੁਸੀਂ ਮੈਨੂੰ ਇਹ ਕਹਿਤਾ ਨਾ ਮਰਦਾਨਿਆ ਰੋਟੀ ਖਾਇਆ, ਮੈਂ ਨਹੀਂ ਜਾਂਦਾ। ਸੋਚ ਲਿਆ ਬੱਚ ਵੀ ਜੇ ਹੁਣ ਗੁਰੂ ਸਾਹਿਬ ਕਹਿਣਗੇ ਨਾ ਰੋਟੀ ਖਾ, ਆਪਾਂ ਨਹੀਂ ਖਾਣੀ। ਸਤਿਗੁਰ ਕਹਿਣਗੇ ਮਰਦਾਨਿਆ ਕੱਪੜੇ ਪਾ, ਆਪਾਂ ਨਹੀਂ ਪਹਿਨਣੇ। ਅਮਲ ਬਦਨ ਲਖ ਕਰ ਜਗਿਆਸੀ, ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਪਿਆਰ ਦੇ ਬਚਨ ਰਾਜੇ ਮਦਰ ਵੈਂਦੇ ਸੁਣੇ ਨਾ, ਕਹਿੰਦੇ ਚੰਗਾ ਫਿਰ ਰਾਜਨ ਬੈਠ ਸਾਹਮਣੇ ਤੈਨੂੰ ਉਪਦੇਸ਼ ਦਈਏ। ਤੇ ਨਾਲੇ ਮਹਾਰਾਜ ਨੇ ਭਾਈ ਮਰਦਾਨੇ ਵੱਲ ਵੇਖ ਲਿਆ, ਕਹਿੰਦੇ ਮਰਦਾਨਿਆ ਧਿਆਨ ਨਾਲ ਸੁਣੀ। ਉਹ ਕਹਿੰਦਾ ਆਪਾਂ ਨਹੀਂ ਸੁਣਦੇ, ਆਖੋ ਸਤਨਾਮ। ਪਹਿਲਾਂ ਹੀ ਅਣਸੁਣਿਆ, ਭੁੱਖ ਲੱਗੀ ਆ, ਪਿਆਸ ਲੱਗੀ, ਬਾਬਾ ਸੁਣਦਾ ਹੀ ਨਹੀਂ। ਜੇ ਰਾਜਾ ਕਹਿੰਦਾ ਰੋਟੀ ਲੈ ਆਉਣਾ, ਲੈ ਚੱਲਦਾ, ਨਾ ਮੈਨੂੰ ਜਾਣ ਦਿੱਤਾ ਨਗਰ ਵਿੱਚ ਤੇ ਨਾ ਰਾਜੇ ਨੂੰ ਕਿਹਾ ਵੀ ਸਾਨੂੰ ਲੈ ਜਰਾ। ਗੁੱਸਾ ਜਾਇਜ਼ ਹੈ, ਪਰ ਸਤਿਗੁਰਾਂ ਨੇ ਇਹ ਵੀ ਕਹਿਤਾ ਵੀ ਤੇਰੇ ਜਾਣ 'ਚ ਫਾਇਦਾ ਕੋਈ ਨਹੀਂ, ਨੁਕਸਾਨ ਹੈ। ਕੱਲ ਤੱਕ ਸ਼ੁਕਰ ਕਰਦਾ ਸੀ, ਸ਼ੁਕਰ ਹੈ ਮਰਦ ਨੇ ਮੈਨੂੰ ਰੋਕ ਲਿਆ। ਇਹ ਜੰਗਲੀ ਸੂਰ ਭੱਜੇ ਜਾਂਦੇ ਆ, ਜੇ ਮੈਂ ਇਹਨਾਂ ਦੇ ਧੱਕੇ ਚੜ ਜਾਂਦਾ ਮੇਰਾ ਕੀ ਹੁੰਦਾ? ਪਰ ਜੀ ਦੇਖੋ ਭੁੱਖ ਤੇ ਭੁੱਖੀ ਹੈ, ਚੋਜ ਨੇ ਸੱਚੇ ਪਾਤਸ਼ਾਹ ਦੇ। ਮਰਦ ਰਾਜੇ ਨੂੰ ਉਪਦੇਸ਼ ਦੇਣ ਲੱਗੇ ਤੇ ਭਾਈ ਮਰਦਾਨਾ ਤੇ ਮਾਨੀ ਮਨ ਸੋਚਦਾ ਹੈ ਵੀ ਆਪਣੀ ਤੇ ਮਨਾ ਇਹਨਾਂ ਨਾਲ ਕਦੇ ਵੀ ਨਹੀਂ ਨਿਭ ਸਕਦੀ। ਇਹ ਨੇ ਬ੍ਰਹਮ ਗਿਆਨੀ, ਆਪਾਂ ਮਰਾਸੀ, ਸਾਡਾ ਕੀ ਹਿਸਾਬ ਕਿਤਾਬ? ਆਖੋ ਸਤਨਾਮ। ਇਹਦੇ ਨਾਲੋਂ ਤੇ ਪਿੰਡ ਚੰਗੇ ਸੀ, ਵੇਲ ਵਧਾਈ ਮੰਗ ਲੈਂਦੇ ਸੀ, 4 ਪੈਸੇ ਬਣਦੇ ਸੀ, ਪਦਾਰਥ ਮਿਲਦੇ, ਰੋਟੀ ਮਿਲਦੀ। ਇਹਨਾਂ ਦੇ ਪਿਤਾ ਜੀ ਰੋਜ਼ ਕਹਿੰਦੇ ਸੀ ਮਰਦਾਨੇ ਆ ਜਾ ਕਰ, ਕਹਿੰਦੇ ਨਾ ਖਾਂਦੇ ਆ ਤੇ ਨਾ ਖਾਣ ਦਿੰਦੇ ਆ, ਦੁਖੀ ਨੇ। ਹੁਣ ਭਾਈ ਮਰਦਾਨਾ ਬ੍ਰਹਮ ਗਿਆਨੀ ਸਿੱਖ ਹੈ, ਇਹ ਦੁਖੀ ਸ਼ਬਦ ਆਪਾਂ ਵਰਤ ਲੈਨੇ ਆ, ਪਰ ਉਹ ਸਾਡੇ ਵਰਗੇ ਦੁਖੀ ਨਹੀਂ। ਇਹ ਚੋਜ ਨੇ, ਇਹ ਖੇਡਾਂ ਨੇ ਸੱਚੇ ਪਾਤਸ਼ਾਹ ਦੀਆਂ, ਉਸ ਕਰਤਾਰ ਦੀਆਂ। ਜਿਵੇਂ ਜਿਵੇਂ ਅੱਗੇ ਜੋ ਕੁਝ ਆਏਗਾ, ਕਿਉਂਕਿ ਇਹਨਾਂ ਪ੍ਰਸੰਗਾਂ ਨੇ ਹੁਣ ਕਿਤੇ ਸਾਖੀ ਬਣ ਕੇ ਨਹੀਂ ਰੁਕਣਾ, ਅੱਗੇ 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 ਵਧੀ ਜਾਣਾ ਹੈ। ਇਹ ਯਾਤਰਾ ਚੱਲ ਰਹੀ ਹੈ, ਕਿਹਨੂੰ ਕਿਹਨੂੰ ਮਰਦ ਮਿਲਦੇ ਆ, ਕੀ ਕੀ ਹੋਏਗਾ, ਕੱਲ ਸ਼ਾਮ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ।